मैं शुरुआत करदा अहबाब गरेवाल जी तुहाडे तो। गरेवाल साहब समझाओ कि तुसीं सुनेहा की देना चाहुंदे हो बदलवे प्रबंधां दे नाल। नवीं भर्तियां का जिक्र कर दिता कि पटवारी असीं नवें रख रहे हैं, तुसीं जिक्र कर दिता कि जिहड़े ट्रेनिंग लै रहे ने असीं उहनां नूं भी फील्ड दे विच लैके आ रहे हैं बहुत जल्दी। की सुनेहा है कि असीं कोई नरमी नहीं वरतांगे और असीं बदलवे प्रबंध कर देवांगे? नहीं 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 गलत जी, ऐसा कोई सुनेहा नहीं। तुसीं अपने इंट्रोडक्शन किया कि सिस्टम चेंज आ रही है, सिस्टम तब्दीली आ रही पंजाब। ਜਦੋਂ ਇੱਕ ਮੁੱਖ ਮੰਤਰੀ ਸਾਹਿਬ ਫੈਸਲਾ ਲੈਂਦੇ ਆ ਕਿ ਮੰਤਰੀ ਨਹੀਂ ਖਾਊਗਾ ਤਾਂ ਸੰਤਰੀ ਵੀ ਨਹੀਂ ਖਾਊਗਾ। ਪਟਵਾਰੀ, ਡੀਸੀ ਆਫਿਸ ਸਟਾਫ, ਟੀਚਰਸ, ਇਹ ਸੰਤਰੀ ਨੇ, ਪੰਜਾਬ ਸਰਕਾਰ ਦੇ ਸੰਤਰੀ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਹੈਲਥ ਵਰਕਰਸ, ਆਸ਼ਾ ਵਰਕਰਸ, ਇਹ ਉਹ ਜਿਹਨੂੰ ਸਭ ਤੋਂ ਪਹਿਲਾਂ ਆ ਕੇ ਲੋਕ ਮਿਲਦੇ। ਆਹ ਕਹਿੰਦੇ ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ। ਜਦੋਂ ਆਹ ਪ੍ਰੋਬਲਮ ਆਈ ਉਦੋਂ ਪਟਵਾਰੀ ਵੀਰ ਸਾਡੇ ਭਰਾ ਨੇ, ਡੀਸੀ ਆਫਿਸ ਵਾਲੇ ਸਾਡੇ ਭਰਾ ਨੇ, ਉਹਨਾਂ ਨੂੰ ਵੀ ਇਹ ਪ੍ਰੋਬਲਮ ਲੱਗੀ ਕਿ ਸਾਨੂੰ ਐਕਸਟਰਾ ਚਾਰਜ ਦਿੱਤਾ ਜੀ, ਅਸੀਂ ਕੰਮ ਕਿਵੇਂ ਕਰੀਏ। ਸੋ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਦੇਖੋ ਜੇ 3600 ਵਿਹਲੇ ਨੇ ਤਾਂ 2000 ਦੇ ਨੇੜੇ ਪਹੁੰਚ ਕੇ ਸਰ ਹੋਰ 10-15-20 ਦਿਨਾਂ ਨੂੰ ਬਾਕੀ ਦਾ ਵੀ ਐਲਾਨ ਹੋ ਜੂਗਾ। ਸਰਕਾਰ ਕਹਿੰਦੀ ਵੀ ਨਹੀਂ, ਤੁਹਾਨੂੰ ਸਪੋਰਟ ਦੀ ਲੋੜ ਹੈ, ਤੁਹਾਨੂੰ ਸਪੋਰਟ ਦੇਵਾਂਗੇ। ਪੰਜਾਬ ਦੇ ਲੋਕਾਂ ਨੂੰ ਹੱਥ ਬੰਨ ਕੇ ਇੱਕ ਬੇਨਤੀ ਹੈ ਕਿ ਦੇਖੋ ਥੋੜੀ ਦੇਰ ਦਾ ਕਸ਼ਟ ਹੈ ਪਰ ਅਸੀਂ ਮਤਲਬ ਟੋਟਲ ਸਿਸਟਮਿਕ ਚੇਂਜ ਲਿਆ ਰਹੇ। ਜਿਹੜੇ ਨਵੇਂ ਬੱਚੇ ਆਉਣਗੇ ਹੁਣ ਉਹ ਬੱਚੇ ਇਹ ਦੇਖ ਕੇ ਆਉਣਗੇ ਕਿ ਦੇਖੋ ਅਸੀਂ ਡਿਊਟੀ ਕਰਨਾ ਹੈ। ਐਂਡ ਜਿਹੜੇ ਅੱਗੇ ਰੱਖਣ ਦੀ ਗੱਲ ਕੀਤੀ ਕਿਸੇ ਨੇ, ਮੈਂ ਕਹਿੰਦਾ ਜੀ 2 ਰੱਖਣ ਤੇ ਜਮ ਰੱਖਣ, ਪਰ ਆਪ ਤਾਂ ਬੈਠਣ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਅੱਗੇ ਰੱਖੇ ਹੋਏ ਆ ਉਹ ਵੀ ਤਿਆਰ ਨੇ, ਉਹਨਾਂ ਨੂੰ ਵੀ 8-8 10-10 ਸਾਲ ਹੋ ਗਏ, ਉਹ ਕਹਿੰਦੇ ਵੀ ਕੰਮ ਤਾਂ ਸਾਰਾ ਅਸੀਂ ਕਰਦੇ ਹਾਂ। ਜਿਹੜੇ ਐਂਡ 99% ਮੁਲਾਜ਼ਮ ਉਹ ਨੇ ਜਿਹੜੇ ਆਪ ਮਿਹਨਤ ਕਰਦੇ ਆ। ਮੈਂ 1% ਦੀ ਗੱਲ ਕਰ ਰਿਹਾ, 1% ਦੀ। ਉਹ ਕਹਿੰਦੇ ਆ ਕਿ ਅਸੀਂ ਕਰਨ ਨੂੰ ਤਿਆਰ ਹੈ। ਉਹ ਬੱਚਿਆਂ ਨੂੰ ਕਿਉਂ ਨਾ ਮੌਕਾ ਮਿਲੇ, ਆਪਣੇ ਬੱਚੇ ਹੈ। ਐਂਡ ਜਿਹੜਾ ਸਿਆਸੀ ਇਹਦਾ ਮਤਲਬ ਜਿਹੜਾ ਵੀ ਕੋਈ ਕ੍ਰਿਟਿਸਿਜ਼ਮ ਹੈ, ਮੈਂ ਮਜੀਠੀਆ ਸਾਹਿਬ ਦਾ ਤੁਸੀਂ ਬਿਆਨ ਦਾ ਜ਼ਿਕਰ ਕੀਤਾ। ਅੱਜ ਕੱਲ੍ਹ ਹੋ ਕੀ ਰਿਹਾ, ਮੈਨੂੰ ਲੇਟੈਸਟ ਗੱਲ 2 ਦਿਨ ਪਹਿਲਾਂ ਪਤਾ ਲੱਗੀ ਕਿ ਵੱਡੇਵਾਲ ਸਾਹਿਬ ਤੇ ਮਜੀਠੀਆ ਸਾਹਿਬ ਸਾਰੇ ਅਫਸਰਾਂ ਨੂੰ ਫੋਨ ਕਰਦੇ, ਸੀਨੀਅਰ ਮੋਸਟ ਨੂੰ, ਉਹਨਾਂ ਨੂੰ ਬਾਏ ਨੇਮ ਬੁਲਾਉਂਦੇ ਆ ਤੇ ਲੋਕਾਂ ਨੂੰ ਦਿਖਾਉਂਦੇ ਕਿ ਦੇਖੋ ਅਸੀਂ ਤਾਂ ਨਾਮ ਲੈ ਕੇ ਬੁਲਾਉਂਦੇ ਆ। ਗੱਲ ਇਹ ਹੈ ਸਰ, ਗੱਲ ਇਹ ਹੈ ਪੰਜਾਬ ਦੇ ਵਿੱਚ ਸਿਸਟਮ ਬਦਲਿਆ। ਜੇ ਮੰਤਰੀ ਨਹੀਂ ਖਾਊਗਾ ਤਾਂ ਸੰਤਰੀ ਵੀ ਨਹੀਂ ਖਾਊਗਾ। ਨਹੀਂ, ਉਹ ਤੁਹਾਡਾ ਪੁਆਇੰਟ ਕਲੀਅਰ ਹੈ। ਤੁਸੀਂ ਭ੍ਰਿਸ਼ਟਾਚਾਰ ਨੂੰ ਲੈ ਕੇ ਕਹਿ ਰਹੇ ਹੋ। ਦੇਖੋ ਸਾਰੀਆਂ ਸਰਕਾਰਾਂ ਦਾਅਵੇ ਕਰਦੀਆਂ। ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ, ਪਟਵਾਰੀਆਂ ਦੀ ਸਟ੍ਰਾਈਕ ਐਡੀਸ਼ਨਲ ਸਰਕਲਸ ਦੇ ਵਿੱਚ ਪੈਨ ਡਾਊਨ ਸਟ੍ਰਾਈਕ ਐਸਮਾ ਦਾ ਲਾਗੂ ਕਰਨਾ ਸਰਕਾਰ ਦੇ ਵੱਲੋਂ ਇੱਕ ਇਹ ਪੁਆਇੰਟ ਹੈ ਅਹਬਾਬ गरेवाल ਜੀ। ਤੇ ਦੂਜਾ ਨਵੀਆਂ ਭਰਤੀਆਂ ਜਾਂ ਟ੍ਰੇਨੀ ਪਟਵਾਰੀਆਂ ਨੂੰ ਫੀਲਡ ਦੇ ਵਿੱਚ ਲੈ ਕੇ ਆਣਾ, ਕਿ ਆਪਸ ਦੇ ਵਿੱਚ ਨਹੀਂ ਜੁੜਦੇ ਇਹ ਦੋਵੇਂ ਮਾਮਲੇ? ਦੋਵੇਂ ਜੁੜ ਰਹੇ ਨਾ ਸਰ, ਬਿਲਕੁਲ ਕਲੀਅਰ ਹੈ ਕਿ ਤੁਸੀਂ ਐਸਮਾ ਲਗਾ ਦਿੱਤਾ, ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਸੀ, ਇਸ ਵਿਚਾਲੇ ਤੁਸੀਂ ਆ ਗਏ ਕਿ ਹਾਂ ਅਸੀਂ ਲੈ ਕੇ ਆ ਰਹੇ ਹਾਂ ਨਵੇਂ ਪਟਵਾਰੀ, ਨਵੀਆਂ ਭਰਤੀਆਂ, ਤੇ ਜਿਹੜੇ ਟ੍ਰੇਨੀ ਆ ਉਹਨਾਂ ਨੂੰ ਵੀ ਅਸੀਂ ਫੀਲਡ ਦੇ ਵਿੱਚ ਲੈ ਕੇ ਆ ਰਹੇ ਹਾਂ। ਤਾਂ ਆਪਸ ਜੁੜਦੇ ਆ ਨਾ ਦੋਵੇਂ ਮਾਮਲੇ? ਬਿਲਕੁਲ ਜੁੜਦੇ ਆ। ਲੋ ਮੈਂ ਕਲੀਅਰ ਕਰਦਾ, ਦੇਖੋ ਸਰਕਾਰ ਨੂੰ ਕੰਪਲੇਂਟਸ ਮਿਲੀਆਂ ਪੰਚਾਇਤਾਂ ਦੀਆਂ, ਪਟਵਾਰੀਆਂ ਦੀਆਂ, ਜੋ ਵੀ ਮਿਲੀਆਂ, ਸਰਕਾਰ ਨੇ ਕਦਮ ਚੁੱਕਿਆ। ਜਦੋਂ ਸਰਕਾਰ ਨੇ ਕਦਮ ਚੁੱਕਿਆ ਉਦੋਂ ਜਿਹੜੇ ਵਿਚਾਰੇ ਵੀਰ ਸਾਹਮਣੇ ਬੈਠੇ ਆ ਸਰ, ਬੰਦੇ ਤਾਂ ਦੋਵੇਂ ਨੇ ਨਾ ਜੀ, ਪਟਵਾਰੀ ਵੀ ਤਾਂ ਭਰਾ ਨੇ ਸਾਡੇ। ਉਹਨਾਂ ਦੀ ਪ੍ਰੋਬਲਮ ਸਮਝ ਆਈ, ਉਹ ਕਹਿੰਦੇ ਵੀ ਸਾਨੂੰ 3 ਸਰਕਲ ਦਿੱਤੇ, ਅਸੀਂ ਕਿਵੇਂ ਸਾਂਭੀਏ? ਉਹ ਕਹਿੰਦੇ ਨਹੀਂ ਸਾਂਭਾਂਗੇ। ਕਹਿੰਦੇ ਵੀ ਅਸੀਂ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਤੁਹਾਨੂੰ ਐਸੈਂਸ਼ੀਅਲ ਕੰਮ ਆ ਉਹ ਤਾਂ ਕਰੋ, ਬਾਕੀ ਦਾ ਅਸੀਂ ਇੰਤਜ਼ਾਮ ਕਰ ਦਿੰਦੇ ਹਾਂ। ਮਾਨ ਸਾਹਿਬ ਨੂੰ ਕਿੰਨੇ ਦਿਨ ਲੱਗੇ ਜੀ? 4 ਦਿਨ ਲੱਗੇ ਨਾ, ਬਾਕੀ ਦਾ ਇੰਤਜ਼ਾਮ ਕਰਤਾ। ਸੋ ਜੁੜੀਆਂ ਗੱਲਾਂ ਹੈਗੀਆਂ ਇਹ ਬਿਲਕੁਲ ਜੁੜੀਆਂ ਹੋਈਆਂ ਗੱਲਾਂ ਨੇ। ਐਂਡ ਜੁੜੀਆਂ ਇਹ ਨੇ ਕਿ ਜੇ ਇੱਕ ਤਕਲੀਫ ਪੰਜਾਬ ਦੇ ਲੋਕਾਂ ਦੀ ਸੀ ਉਹਨੂੰ ਦੂਰ ਕੀਤਾ ਕਿ ਕਰਪਸ਼ਨ ਨਹੀਂ ਹੋਊਗੀ, ਕਿਸੇ ਤਰੀਕੇ ਦਾ ਕੋਈ ਬਲੈਕਮੇਲ ਨਹੀਂ ਹੋਊਗਾ। ਦੂਜੀ ਤਕਲੀਫ ਪਟਵਾਰੀ ਵੀਰਾਂ ਦੀ ਸੀ, ਉਹਨਾਂ ਨੇ ਵੀ ਕਰਤੀ ਕਿ ਲੋਕ ਤੁਹਾਨੂੰ ਫਾਲਤੂ ਬੰਦੇ ਦਿੰਦੇ ਆ। ਐਂਡ ਮੋਰ ਇੰਪੋਰਟੈਂਟਲੀ ਜਿਹੜੇ ਵਿਚਾਰੇ ਅੱਗੇ ਰੱਖੇ ਹੋਏ ਨੇ ਸਰ, 10-10 12-12 ਸਾਲ ਹੋ ਗਏ, ਉਹ ਵੀ ਤਿਆਰ ਨੇ। ਸੋ ਥਿੰਗ ਇਜ਼ ਕਿ ਹੁਣ ਅਸੀਂ ਪ੍ਰੋਬਲਮ ਆਫ ਪਲੈਂਟੀ ਕਰ ਦੇਣੀ ਕਿ ਵਾਧੂ ਦੇ ਦਿਓ, ਘਟਣ ਨਾ। ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ। ਮੈਂ ਥੋੜਾ ਹੋਰ ਕਲੀਅਰ ਸ਼ਬਦਾਂ ਦੇ ਵਿੱਚ ਲੋਕਾਂ ਤੱਕ ਗੱਲ ਪਹੁੰਚੇ, ਇਸ ਕਰਕੇ ਬਹੁਤ ਸਿੱਧੇ ਸ਼ਬਦਾਂ 'ਚ ਸਵਾਲ ਪੁੱਛਣ ਦੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰ ਸਾਰਿਆਂ ਦੇ ਰਿਐਕਸ਼ਨ ਲੈ ਲਵਾਂ। ਸਾਡੇ ਨਾਲ ਮੋਹਨ ਸਿੰਘ ਭੇਟਪੁਰਾ ਜੀ ਵੀ ਜੁੜੇ ਹੋਏ ਨੇ ਸਰ, ਮੈਂ ਤੁਹਾਡੇ ਕੋਲ ਆਵਾਂਗਾ, ਪਰ ਸਾਡੇ ਨਾਲ ਪਹਿਲਾਂ ਵਿਧਾਇਕ ਸਾਹਿਬ ਜੁੜੇ ਹੋਏ ਨੇ, ਸੁਖਵਿੰਦਰ ਕੋਟਲੀ ਜੀ, ਮੈਂ ਉਹਨਾਂ ਦਾ ਰੁਖ ਕਰ ਲਵਾਂ। ਸਰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਕਾਂਗਰਸ ਇਸ ਨੂੰ ਕਿਵੇਂ ਦੇਖ ਰਹੀ ਹੈ? ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਵਾਕਈ ਹੀ ਇਸ ਨੂੰ ਇੱਕ ਸਖਤੀ ਦੇ ਤੌਰ ਦੇ ਉੱਤੇ ਦੇਖਿਆ ਜਾਵੇ, ਕਿ ਵਾਕਈ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਿਹੜੇ ਸਟ੍ਰਾਈਕ ਕਰਦੇ ਨੇ, ਸੀਐਮ ਸਟੇਜ ਤੋਂ ਕਹਿੰਦੇ ਤੁਸੀਂ ਆਪਣੀਆਂ ਜਾਇਜ਼ ਮੰਗਾਂ ਦੱਸੋ, ਅਸੀਂ ਪੂਰੀਆਂ ਕਰਾਂਗੇ, ਪਰ ਸਟ੍ਰਾਈਕ ਤੇ ਨਾ ਜਾਓ। ਤਾਂ ਇੱਕ ਤਰੀਕੇ ਨਾਲ ਕਲੀਅਰ ਮੈਸੇਜ ਦੇਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ? ਕਾਂਗਰਸ ਕਿਵੇਂ ਦੇਖ ਰਹੀ ਹੈ ਕੋਟਲੀ ਸਾਹਿਬ ਕਿ ਇੱਕ ਪਾਸੇ ਐਸਮਾ, ਇੱਕ ਪਾਸੇ ਸਟ੍ਰਾਈਕ ਤੇ ਦੂਜੇ ਪਾਸੇ ਨਵੀਆਂ ਭਰਤੀਆਂ ਦਾ ਜ਼ਿਕਰ? देखो गौरव जी, मैं तुहाडे माध्यम दे राही पहला तां ये गल कहनी चाहना अपनी गल शुरू करन तो पहला जी कि
ਗਰੇਵਾਲ ਸਾਹਿਬ ਇੱਥੇ ਬੈਠੇ ਨੇ, ਇਹ ਜਦੋਂ ਵੀ ਡਿਬੇਟ ਦੇ ਵਿੱਚ ਆਉਂਦੇ ਆ ਇਹ ਹਮੇਸ਼ਾ ਇਹੀ ਗੱਲ ਰੱਖਦੇ ਆ, ਨਾ ਅਸੀਂ ਪਟਵਾਰੀਆਂ ਨੂੰ ਖਾਣ ਦੇਣਾ, ਨਾ ਅਸੀਂ ਕਿਸੇ ਅਫਸਰਾਂ ਨੂੰ ਖਾਣ ਦੇਣਾ, ਨਾ ਅਸੀਂ ਕਿਸੇ ਹੋਰ ਅਧਿਕਾਰੀਆਂ ਨੂੰ ਖਾਣ ਦੇਣਾ, ਜ਼ੀਰੋ ਟੋਲਰੈਂਸ ਫਲਾਨਾ। ਇਹ ਹਮੇਸ਼ਾ ਗੱਲ ਇੱਥੋਂ ਹੀ ਸ਼ੁਰੂ ਕਰਦੇ ਆ ਵੀ ਕੀ ਪੰਜਾਬ ਦੇ ਸਾਰੇ ਅਫਸਰ ਜਿਹੜੇ ਆ ਇਹ ਇਹਨਾਂ ਨੂੰ ਭ੍ਰਿਸ਼ਟਾਚਾਰ ਹੀ ਦਿਸਦੇ ਆ ਜਾਂ ਉਹ ਸਾਰੇ ਇਹਨਾਂ ਨੂੰ ਚੋਰ ਚੜੱਕੇ ਹੀ ਦਿਸਦੇ ਆ। ਮੈਂ ਨਵਾਬ ਸਾਹਿਬ ਨੂੰ ਬਿਲਕੁਲ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਨੀ ਚਾਹਨਾ, ਨਵਾਬ ਸਾਹਿਬ ਤੁਸੀਂ ਬੜੇ ਸੂਝਵਾਨ ਹੋ, ਬਹੁਤ ਵੱਡੀ ਪਾਰਟੀ ਦੇ ਬੁਲਾਰੇ ਹੋ, ਹਮੇਸ਼ਾ ਆ ਕੇ ਗੱਲ ਇੱਥੋਂ ਹੀ ਨਾ ਸ਼ੁਰੂ ਕਰਿਆ ਕਰੋ ਕਿ ਅਸੀਂ ਹੁਣ ਪੰਜਾਬ ਦੇ ਅੰਦਰ ਪਟਵਾਰੀਆਂ ਨੂੰ ਨਹੀਂ ਖਾਣ ਦੇਣਾ, ਅਸੀਂ ਫਲਾਨਿਆਂ ਨੂੰ ਨਹੀਂ ਖਾਣ ਦੇਣਾ। ਦੇਖੋ ਇਹ ਗੱਲ ਦੇ ਉੱਤੇ ਮੇਰਾ ਬਹੁਤ ਵੱਡਾ ਕਾਂਗਰਸ ਪਾਰਟੀ ਦਾ ਸਖਤ ਇਤਰਾਜ਼ ਹੈ ਕਿ ਤੁਸੀਂ ਸਾਰਿਆਂ ਨੂੰ, ਤੁਸੀਂ ਵਿਧਾਇਕਾਂ ਨੂੰ ਵੀ ਚੋਰ ਦੱਸਦੇ ਹੋ, ਤੁਸੀਂ ਮਿਨਿਸਟਰਾਂ ਨੂੰ ਵੀ ਚੋਰ ਦੱਸਦੇ ਹੋ, ਤੁਸੀਂ ਅਧਿਕਾਰੀਆਂ ਨੂੰ ਵੀ ਚੋਰ ਦੱਸਦੇ ਹੋ। ਦੂਜੀ ਗੱਲ, ਜਿਹੜੀ ਗੱਲ ਗੌਰਵ ਜੀ ਅੱਜ ਆਪਾਂ ਵਿਸ਼ੇ ਦੇ ਉੱਤੇ ਇਕੱਠੇ ਹੋਏ ਆ ਜੀ, ਦੇਖੋ ਪੰਜਾਬ ਦੇ ਅੰਦਰ 4716 ਪੋਸਟਾਂ ਨੇ ਔਰ 710 ਪੋਸਟਾਂ ਜਿਹੜੀਆਂ ਉਹ ਨਵੀਆਂ ਟ੍ਰੇਨਿੰਗ ਉਹ ਜਿਹੜੀਆਂ ਚੱਲ ਰਹੀਆਂ ਨੇ, ਉਹ ਪੋਸਟਾਂ ਵੀ ਸਾਡੇ ਸਮੇਂ ਦੇ ਵੇਲੇ ਜਿਹੜੀਆਂ ਉਹ ਕ੍ਰੀਏਟ ਹੋਈਆਂ ਸੀ। ਹੁਣ ਦੇਖੋ ਮੁਲਾਜ਼ਮ ਤਾਂ ਇਹ ਕਹਿ ਰਹੇ ਨੇ ਕਿ ਜੇ 23 ਜ਼ਿਲ੍ਹੇ ਬਣ ਗਏ ਉਹਦੇ ਅੰਦਰ 4716 ਦੇ ਮੁਕਾਬਲੇ ਜਿਹੜੇ ਆ ਉਹ 7500 ਪੋਸਟ ਜਿਹੜੀ ਹੈ ਉਹ ਕ੍ਰੀਏਟ ਹੋਵੇਗੀ ਤੇ ਤਾਂ ਹੀ ਜਿਹੜਾ ਪੰਜਾਬ ਦੇ ਅੰਦਰ ਸਾਰਾ ਪਟਵਾਰ ਸਰਕਲ ਹੋਰ ਵਗੈਰਾ ਸਭ ਕੁਝ ਜਿਹੜਾ ਉਹ ਕੀਤਾ ਜਾਵੇਗਾ। ਔਰ ਦੂਸਰਾ ਜਿਹੜਾ ਉਹਨਾਂ ਦੀ ਮੰਗ ਹੈ ਕਿ ਜਿਹੜੇ ਤੁਸੀਂ ਟ੍ਰੇਨੀ ਜਿਨ੍ਹਾਂ ਨੂੰ ਤੁਸੀਂ ਅਧਿਕਾਰ ਨਿਯੁਕਤੀ ਕਰ ਰਹੇ ਹੋ, ਟ੍ਰੇਨਿੰਗ ਦੇ ਰਹੇ ਹੋ, ਉਹਨਾਂ ਦੀ ਇੱਕ ਮੰਗ ਸਭ ਤੋਂ ਵੱਡੀ ਇਹ ਆ ਕਿ ਟ੍ਰੇਨਿੰਗ ਦਾ ਔਰ ਸਰਵਿਸ ਦਾ ਪੀਰੀਅਡ ਜਿਹੜਾ ਹੈ ਉਹਦੇ ਅੰਦਰ ਤੁਸੀਂ ਉਹਨੂੰ, ਕਿਉਂਕਿ 1 ਸਾਲ ਦੀ ਟ੍ਰੇਨਿੰਗ ਤੇ 3 ਸਾਲ ਪ੍ਰੋਬੇਸ਼ਨਰੀ ਪੀਰੀਅਡ ਜਿਹੜਾ ਆ, ਕੀ ਤੁਸੀਂ ਉਹ ਸਾਡੀ ਸਰਵਿਸ ਦੇ ਅੰਦਰ ਜਿਹੜਾ ਉਹ ਕਾਊਂਟ ਕਰੋਗੇ? ਕੀ ਇਹ ਮੰਗ ਪੰਜਾਬ ਦੇ ਅੰਦਰ ਜਾਇਜ਼ ਨਹੀਂ ਆ ਕਿ ਜਿਹੜੇ ਅਧਿਕਾਰੀ ਨੂੰ ਅੱਜ ਤੁਸੀਂ ਨਿਯੁਕਤ ਕਰ ਦਿੱਤਾ ਉਹਨੂੰ ਟ੍ਰੇਨਿੰਗ ਤੇ ਭੇਜ ਦਿੱਤਾ? ਗੌਰਵ ਜੀ ਤੁਸੀਂ ਆਈਐਸ ਅਫਸਰ ਦੀ ਨਿਯੁਕਤੀ ਕਰਦੇ ਹੋ, ਪੀਸੀਐਸ ਅਫਸਰ ਦੀ ਨਿਯੁਕਤੀ ਕਰਦੇ ਹੋ, ਹੋਰ ਤੁਸੀਂ ਜਿਨ੍ਹਾਂ ਦੀ ਵੀ ਨਿਯੁਕਤੀ ਕਰਦੇ ਹੋ, ਪੁਲਿਸ ਦੇ ਅੰਦਰ ਭਾਵੇਂ 3 ਸਾਲ ਦਾ ਪੀਰੀਅਡ ਹੁੰਦਾ ਲੇਕਿਨ ਉਹਨਾਂ ਦੀ ਸਰਵਿਸ ਜਿਹੜੀ ਆ ਉਹ 3 ਸਾਲ ਪੀਰੀਅਡ ਤੋਂ ਬਾਅਦ ਨਹੀਂ ਸ਼ੁਰੂ ਹੁੰਦੀ। ਜਿਸ ਦਿਨ ਤੋਂ ਉਹ ਭਰਤੀ ਹੋ ਜਾਂਦੇ ਨੇ ਉਹਨਾਂ ਦੀ ਉਸ ਦਿਨ ਤੋਂ ਜਿਹੜੀ ਸਰਵਿਸ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜੀ ਚੌਥੀ ਗੱਲ ਜਿਹੜੀ ਉਹਨਾਂ ਦੀ ਵਾਜਬ ਹੈ ਉਹ ਇਹ ਕਹਿ ਰਹੇ ਨੇ ਕਿ ਕੀ ਜਿਹੜੀਆਂ ਨਵੀਆਂ ਅਸਾਮੀਆਂ ਤੁਸੀਂ ਲੈ ਕੇ ਆ ਰਹੇ ਹੋ, ਕੀ ਸਾਨੂੰ ਤੁਸੀਂ 167 ਰੁਪਏ ਦੇ ਇੱਕ ਮਜ਼ਦੂਰ ਦੀ ਦਿਹਾੜੀ ਜਾਂ ਨਰੇਗਾ ਤੋਂ ਦੂਸਰੇ ਦੇ ਉੱਤੇ ਤੁਸੀਂ ਸਾਨੂੰ ਟ੍ਰੇਨਿੰਗ ਦੇ ਉੱਤੇ ਰੱਖੋਗੇ? ਜਿਹੜੀ ਤਨਖਾਹ ਸਾਡੀ ਵਾਜਬ ਬਣਦੀ ਹੈ ਉਸ ਤਨਖਾਹ ਸਾਨੂੰ ਦੇ ਕੇ ਸਾਡਾ ਪੀਰੀਅਡ ਅੱਗੇ ਤੋਰਿਆ ਜਾਵੇ। ਔਰ ਜਿਹੜਾ 5000 ਰੁਪਏ ਦੀ ਗੱਲ ਜਿਹੜੀ ਤੁਸੀਂ ਇਹ ਦੇਖੋ ਵੀ ਅਗਰ ਅੱਜ ਦੇ ਸਮੇਂ ਦੇ ਅੰਦਰ ਕੋਈ ਵਿਅਕਤੀ ਤੁਸੀਂ ਕਹਿੰਦੇ ਹੋ ਕਿ ਉਹ ਹਾਜ਼ਰੀ ਵੀ ਲਾਵੇ, ਬਾਇਓਮੈਟ੍ਰਿਕ ਤੁਸੀਂ ਉਹ ਫੀਲਡ 'ਚ ਵੀ ਜਾਵੇ, ਹੋਰ ਵੀ ਸਭ ਕੁਝ ਠੀਕ ਹੈ, ਅਸੀਂ ਸਵਾਗਤ ਕਰਦੇ ਹਾਂ ਕਿ ਹਾਜ਼ਰੀ ਲੱਗਣੀ ਚਾਹੀਦੀ, ਮੁਲਾਜ਼ਮ ਕਦੋਂ ਆਉਂਦਾ ਕਦੋਂ ਜਾਂਦਾ ਹੈ, ਪਰ ਤੁਸੀਂ ਕਿਤਾਬੜੀਆਂ ਦੇ ਰਹੇ ਹੋ ਉਹਨਾਂ ਨੂੰ ਸਭ ਕੁਝ ਜੋ ਫੀਲਡ ਦੇ ਵਿੱਚ। ਇਹਦਾ ਮਤਲਬ ਆ ਕਿ ਇੱਕ ਵਿਅਕਤੀ ਨੇ ਪਹਿਲਾਂ 40 ਕਿਲੋਮੀਟਰ ਦੇ ਉੱਤੇ ਜਾਣਾ ਤੇ ਉਹ ਸਭ ਤੋਂ ਪਹਿਲਾਂ ਉਹ ਜਾ ਕੇ ਦਫ਼ਤਰ ਜਾਏਗਾ, ਉਸ ਤੋਂ ਬਾਅਦ ਉਹ ਆਪਣੇ ਫੀਲਡ ਦੇ ਵਿੱਚ ਆਏਗਾ, ਸ਼ਾਮ ਨੂੰ ਫਿਰ ਜਾ ਕੇ ਹਾਜ਼ਰੀ ਲਗਵਾਏਗਾ। ਸੋ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਬਣਦੀਆਂ ਨੇ। ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੌਰਵ ਜੀ ਇਹ ਮੰਨਣਾ ਚਾਹੀਦਾ ਹੈ। ਔਰ ਜਿਹੜੇ 400 ਲੋਕ, ਇੱਕ ਗੌਰਵ ਜੀ ਬੜਾ ਹੋਰ ਵੱਡਾ ਅੰਕੜਾ ਹੈ ਕਿ 1090 ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ ਸਰ, ਉਹਨਾਂ ਦੇ ਵਿੱਚੋਂ 400 ਵਿਅਕਤੀ ਇਸ ਦੁੱਖੋਂ ਨੌਕਰੀ ਛੱਡ ਗਿਆ ਔਰ ਬਾਕੀ ਜਿਹੜੇ ਨੇ ਅੱਜ ਉਹ ਕਿਤੇ ਨਾ ਕਿਤੇ ਤਾਇਨਾਤ ਨੇ, ਟ੍ਰੇਨਿੰਗ ਕਰਨੇ, ਉਹ ਟ੍ਰੇਨਿੰਗ ਹੀ ਛੱਡ ਕੇ ਭੱਜ ਗਏ। ਇਹਦਾ ਮਤਲਬ ਹੈ ਕਿ ਜਿਹੜਾ ਨਜ਼ਰੀਆ ਸਰਕਾਰ ਦਾ ਹੈ ਉਹ ਸਰਕਾਰ ਦੇ ਨਜ਼ਰੀਏ ਤੋਂ ਮੁਲਾਜ਼ਮ ਖੁਸ਼ ਨਹੀਂ ਹਨ। ਇਸ ਕਰਕੇ ਠੀਕ ਹੈ, ਚਲੋ ਮੈਂ ਇੱਕ ਵਾਰੀ ਰਿਐਕਸ਼ਨ ਲਵਾਂ ਸਰ। ਠੀਕ ਹੈ, ਤੁਹਾਡਾ ਪੁਆਇੰਟ ਹੋਪਫੁਲੀ ਆ ਗਿਆ ਹੋਏਗਾ। ਜੀ ਕੰਪਲੀਟ ਕਰ ਲਓ ਸਰ, ਕੰਪਲੀਟ ਕਰ ਲਓ। ਮਾਹੌਲ ਐਸਮਾ ਲਾ ਕੇ ਮੁਲਾਜ਼ਮਾਂ ਨੂੰ ਕੱਢਣ ਦੀਆਂ ਗੱਲਾਂ ਔਰ ਐਸਮਾ ਲਾ ਕੇ ਉਹਨਾਂ ਨੂੰ ਨੌਕਰੀਆਂ ਤੋਂ ਫਾਰਗ ਕਰਨ ਦੀਆਂ ਗੱਲਾਂ, ਹੁਣ ਤੁਸੀਂ ਬੜਾ ਵਧੀਆ ਬਹਾਨਾ ਲੱਭ ਲਿਆ ਵੀ ਹਾਂਜੀ ਠੀਕ ਹੈ ਉਹ ਆਪਣੇ ਸਰਕਲ ਦੇ ਵਿੱਚ ਕੰਮ ਕਰਨ ਤੇ ਅਸੀਂ ਬਾਕੀ ਲੋੜੀਂਦਾ ਜਿਹੜਾ ਉਹ ਪ੍ਰਬੰਧ ਕਰ ਲਵਾਂਗੇ। ਕਿਆ ਬਾਤ ਹੈ ਗੌਰਵ ਜੀ, ਸਰਕਾਰ ਦੀ ਅਜਿਹੀ ਪਾਲਿਸੀ ਮੈਂ ਅੱਜ ਤੱਕ ਕਦੇ ਸੁਣਿਆ ਨਹੀਂ ਹੈ। ਅੰਤ 'ਚ ਮੈਂ ਇਹ ਕਹਿਣਾ ਚਾਹੁੰਦਾ, ਮੈਂ ਫਿਰ ਦੁਬਾਰਾ ਜੋ ਵੀ ਬਾਕੀਆਂ ਦਾ ਰਿਐਕਸ਼ਨ ਆਏਗਾ ਉਹਦੇ ਤੇ ਮੈਂ ਜ਼ਰੂਰ ਆਪਣੀ ਗੱਲ ਕਰਾਂਗਾ। ਇਹ ਤੁਹਾਡੇ ਮਾਧਿਅਮ ਦੇ ਰਾਹੀਂ ਨਿਊਜ਼ 18 ਨੇ ਹਮੇਸ਼ਾ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ ਮੁਲਾਜ਼ਮਾਂ ਦੀ, ਗਰੀਬਾਂ ਦੀ, ਗਰੀਬ ਵਰਗ ਦੀ ਹਮੇਸ਼ਾ ਗੱਲ ਕੀਤੀ। ਅੱਜ ਤੁਸੀਂ ਡਿਬੇਟ ਕਰ ਰਹੇ ਹੋ ਇਸ ਮੁੱਦੇ ਤੇ, ਮੈਂ ਤੁਹਾਡਾ
ਧੰਨਵਾਦ ਕਰਨਾ ਚਾਹਨਾ। ਠੀਕ ਹੈ, ਨਹੀਂ ਸਰ, ਸਾਡਾ ਫਰਜ਼ ਵੀ ਹੈ। ਦੇਖੋ, ਕਾਂਗਰਸ ਪਾਰਟੀ ਹਰ ਕੋਈ ਕਿਸੇ ਨਾ ਕਿਸੇ ਨੂੰ ਜਵਾਬਦੇਹ ਹੁੰਦਾ, ਤਾਂ ਨਿਊਜ਼ ਚੈਨਲ ਤਾਂ ਲੋਕਾਂ ਨੂੰ ਜਵਾਬ ਦੇਣਾ ਸਰ, ਲੋਕਾਂ ਨੂੰ, ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ, ਤਾਂ ਸਾਡੀ ਉਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਮੈਂ ਇੱਕ ਵਾਰ ਸਭ ਦਾ ਰਿਐਕਸ਼ਨ ਲੈ ਲਵਾਂ। ਮੈਂ ਮੋਹਨ ਸਿੰਘ ਜੀ ਦਾ ਰੁਖ ਕਰਦਾ ਹਾਂ। ਮੋਹਨ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਸਰਕਾਰ ਦੇ ਇਸ ਕਦਮ ਨੂੰ ਕਿਵੇਂ ਦੇਖ ਰਹੇ ਨੇ ਮੁਲਾਜ਼ਮ? ਤੁਸੀਂ ਯੂਨੀਅਨ ਨੂੰ ਹੈੱਡ ਕੀਤਾ ਹੈ, ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਕਿ ਵਾਕਈ ਇੱਥੋਂ ਤੱਕ ਸੀਮਿਤ ਹੈ ਕਿ ਠੀਕ ਹੈ ਸਰਕਾਰ ਬਦਲ ਲਵੇ, ਪ੍ਰਬੰਧ ਕਰ ਲਵੇ, ਨਵੀਆਂ ਭਰਤੀਆਂ ਕਰ ਦੇਵੇ, ਕੋਈ ਗੱਲ ਨਹੀਂ, ਪਰ ਇੱਕ ਪੂਰੀ ਪਿਕਚਰ ਦੇ ਵਿੱਚ ਇਹ ਚੀਜ਼ ਨਜ਼ਰ ਆ ਰਹੀ ਹੈ ਕਿ ਸਰਕਾਰ ਨਰਮੀ ਵਰਤਨ ਦੇ ਮੂਡ ਦੇ ਵਿੱਚ ਨਹੀਂ ਹੈ। ਗੌਰਵ ਜੀ, ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਤਾਂ ਸਵਾਗਤ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਜੀ, ਜਿਨ੍ਹਾਂ ਨੇ ਅੱਜ ਵੀ ਬਿਆਨ ਦੇ ਕੇ, ਮਤਲਬ ਪਤਾ ਨਹੀਂ ਇਹਨਾਂ ਨੂੰ ਕੌਣ ਗੁੰਮਰਾਹ ਕਰ ਰਿਹਾ ਹੈ ਕਿ ਅੱਜ ਵੀ ਜਿਹੜੀ ਇਨਫੋਰਮੇਸ਼ਨ ਸੀਐਮ ਸਾਹਿਬ ਨੇ ਦਿੱਤੀ ਹੈ ਬਿਲਕੁਲ ਗਲਤ ਦਿੱਤੀ ਹੈ, ਕਿਉਂਕਿ ਸਾਡੀਆਂ ਇਸ ਟਾਈਮ ਜਿਹੜੀਆਂ ਪੋਸਟਾਂ ਨੇ ਉਹ 4716 ਨੇ ਫੀਲਡ ਦੀਆਂ, ਤੇ ਇਹ ਪਤਾ ਨਹੀਂ ਜਿਹੜਾ 3600 ਵਾਲਾ ਮਸਲਾ ਹੈ ਇਹ ਕਾਂਗਰਸ ਸਰਕਾਰ ਨੇ ਜ਼ਰੂਰ ਪਾਸ ਕੀਤਾ ਸੀ, ਪਰ ਉਸ ਤੋਂ ਬਾਅਦ ਅਸੀਂ ਇਹਦਾ ਵਿਰੋਧ ਕੀਤਾ ਜੀ, ਤੇ ਮਾਨਯੋਗ ਸਾਡੇ ਐਫਸੀਐਲ ਸਾਹਿਬ ਨੇ ਚਿੱਠੀ ਜਾਰੀ ਕਰਤੀ ਹੈ ਵੀ ਆਪਾਂ ਪੋਸਟਾਂ ਨਹੀਂ ਕਢਾਉਣੀਆਂ। ਤੇ ਅੱਜ ਜਿਹੜੀਆਂ ਪੋਸਟਾਂ ਨੇ ਪੰਜਾਬ 'ਚ ਜਿਹੜੇ ਪਟਵਾਰ ਸਰਕਲ ਨੇ ਸੈਂਕਸ਼ਨ ਨੇ ਜਾਂ ਕੰਮ ਚੱਲ ਰਿਹਾ ਹੈ ਜਾਂ ਅੱਜ ਸਾਨੂੰ ਰੋਜ਼ਨਾਮਚੇ ਮਿਲੇ ਨੇ, ਕੱਲ ਰੋਜ਼ਨਾਮਚੇ ਜੋ ਪੰਜਾਬ 'ਚ ਆਏ ਨੇ 4716 ਆਏ ਨੇ, ਨਾ ਕਿ ਉਹ 3600 ਆਏ ਨੇ। ਫਿਰ ਸੀਐਮ ਸਾਹਿਬ ਕਿਹੜੇ ਹਿਸਾਬ ਨਾਲ 3700 ਪੋਸਟਾਂ ਬਣਾ ਰਹੇ ਨੇ? ਔਰ ਜਿਹੜੇ ਪਟਵਾਰ ਸਰਕਲ ਨੇ ਇਹ ਵਧਣੇ ਨੇ, ਇਹ 10,000 ਨੂੰ ਕ੍ਰਾਸ ਕਰਨਗੇ, ਕਿਉਂਕਿ ਅਸੀਂ ਕਿਸੇ ਐਕਟ ਦੇ ਥੱਲੇ, ਕਿਸੇ ਲੈਂਡ ਰਿਕਾਰਡ ਮੈਨੂਅਲ ਦੇ ਥੱਲੇ ਨੌਕਰੀ ਕਰਦੇ ਹਾਂ। ਲੈਂਡ ਰਿਕਾਰਡ ਮੈਨੂਅਲ ਦੇ ਪਹਿਰਾ 3-4 ਦੇ ਵਿੱਚ ਇਹ ਗੱਲ ਕਲੀਅਰ ਹੋਈ ਹੈ। ਚਾਰ ਕ੍ਰਾਈਟੇਰੀਆ ਨੇ ਵੀ ਸਰਕਲ ਬਣਦਾ ਕਿਵੇਂ। ਸਰਕਲ ਬਣਦਾ ਜਾਂ ਤਾਂ ਜਿਹੜੀ ਚਾਹੀ ਜ਼ਮੀਨ ਹੋਵੇ ਉਹ 1300 ਹੈਕਟੇਅਰ, ਤੇ ਜਿਹੜੀ ਬੰਜਰ ਜ਼ਮੀਨ ਹੋਵੇ 3200 ਹੈਕਟੇਅਰ। ਜਿਹੜੇ ਕਿ ਫਾਜ਼ਿਲਕਾ ਹੋਰ ਦੇ ਪਟਵਾਰ ਸਰਕਲ ਨੇ ਉਹ 3200 ਹੈਕਟੇਅਰ ਦੇ ਬਣੇ ਹੋਏ ਨੇ, ਕਿਉਂਕਿ ਉਸ ਟਾਈਮ ਉੱਥੇ ਬੰਜਰ ਸੀ, ਕੋਈ ਹੁੰਦਾ ਨਹੀਂ ਸੀ, ਫਸਲਾਂ ਨਹੀਂ ਸੀ ਹੁੰਦੀਆਂ, ਬਰਾਨੀ ਜ਼ਮੀਨ ਸੀ। ਪਰ ਅੱਜ ਪੰਜਾਬ ਦੀ ਕੋਈ ਬਰਾਨੀ ਜ਼ਮੀਨ ਨਹੀਂ ਰਹੀ, ਤਾਂ ਉੱਥੇ ਇੱਕ ਸਰਕਲ ਦੇ 3-3 ਬਣਨੇ ਨੇ ਸਾਡੇ ਲੈਂਡ ਰਿਕਾਰਡ ਮੈਨੂਅਲ ਦੇ ਮੁਤਾਬਕ। ਉਹ ਇੱਕ ਸਰਕਲ ਦੇ 3-3 ਸਰਕਲ ਬਣਨੇ ਨੇ। ਸਰਕਲ ਤਾਂ ਵੱਧ ਕੇ ਜਾਣੇ ਨੇ, 10,000 ਨੂੰ ਕ੍ਰਾਸ ਕਰਨੇ ਨੇ। ਜਿਵੇਂ ਕਿ ਫਾਰ ਐਗਜ਼ਾਮਪਲ ਸਾਡਾ ਖਰੜ ਤਹਿਸੀਲ ਹੈ, ਜਿਹੜਾ ਖਰੜ ਦਾ ਪਟਵਾਰ ਸਰਕਲ ਹੈ, ਅੱਜ ਉੱਥੇ ਸਾਰੇ ਉਹਦੇ ਜਿਹੜਾ ਐਗਰੀਕਲਚਰ ਰਕਬਾ ਸੀ ਸਾਰੇ ਵਿੱਚ ਵਸੋਂ ਹੋ ਗਈ ਹੈ, ਤਾਂ ਉਹ ਵਸੋਂ ਹੋਣ ਕਰਕੇ ਉੱਥੇ ਅੱਜ ਪਟਵਾਰੀ ਨੂੰ ਮਜਬੂਰ 5 ਬੰਦੇ ਰੱਖਣੇ ਪੈਣੇ ਆ ਮੂਹਰੇ। ਮੋਹਾਲੀ ਇੱਕ ਸਬ ਤਹਿਸੀਲ ਸੀ, ਉਹ ਅੱਜ ਇੱਕ ਜ਼ਿਲ੍ਹਾ ਬਣ ਗਿਆ। ਔਰ ਜਦੋਂ 12 ਜ਼ਿਲ੍ਹਿਆਂ ਤੋਂ ਜ਼ਿਲ੍ਹੇ ਵੱਧ ਕੇ 23 ਹੋ ਗਏ, ਤਹਿਸੀਲਾਂ 45 ਤੋਂ ਵੱਧ ਕੇ 97 ਹੋ ਗਈਆਂ। ਇਹ ਇਸੇ ਤਰ੍ਹਾਂ ਪਟਵਾਰ ਸਰਕਲ ਵੀ ਨਾਲ ਵਧਣੇ ਸੀ, ਉਹ ਤਾਂ ਕਿਸੇ ਨੇ ਵਧਾਏ ਨਹੀਂ। ਸ਼ਾਬਾਸ਼ ਮੁੱਖ ਮੰਤਰੀ ਸਾਹਿਬ ਦੇ, ਜੇ 4716 ਤੋਂ ਕਰਨ ਲੱਗੇ ਨੇ 3600, ਤਾਂ ਫਿਰ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਵੀ ਰੁਜ਼ਗਾਰ ਦੇਵਾਂਗੇ ਬਾਹਰੋਂ ਲਿਆ ਕੇ, ਤੇ ਨੰਬਰ 2 ਦੇ ਉੱਤੇ ਜਿਹੜੇ ਸੀਐਮ ਸਾਹਿਬ ਨੇ ਅੱਜ ਕਿਹਾ ਵੀ ਮੈਂ ਜਿਹੜੇ ਟ੍ਰੇਨਿੰਗ ਵਾਲੇ ਬੱਚਿਆਂ ਨੂੰ ਕੰਮ ਤੇ ਲਾ ਦੇਣਾ ਸੀ, ਸਵਾਗਤ ਕਰਦੇ ਹਾਂ, ਪਰ ਨਾਲ ਇਹ ਕਲੀਅਰ ਕਰਨਾ ਚਾਹੀਦਾ ਸੀ ਜੋ ਉਹਨਾਂ ਦੀ ਟ੍ਰੇਨਿੰਗ ਜੋ 6 ਜੁਲਾਈ 2022 ਨੂੰ ਸੀਐਮ ਸਾਹਿਬ ਨੇ ਕਿਹਾ ਸੀ ਵੀ ਅੱਜ ਤੋਂ ਮੈਂ ਤੁਹਾਨੂੰ ਪੂਰੀ ਤਨਖਾਹ ਦੇ ਰਿਹਾ ਔਰ ਤੁਹਾਡਾ ਟ੍ਰੇਨਿੰਗ ਪੀਰੀਅਡ 1 ਸਾਲ ਕਰ ਰਹੇ ਹਾਂ, ਆਪਣੇ ਵਾਅਦੇ ਤੋਂ ਮੁੱਕਰੇ ਕਿਉਂ ਨੇ? ਜੇ ਉਹ ਵੀ ਅੱਜ ਨਾਲ ਐਲਾਨ ਕਰਨਾ ਚਾਹੀਦਾ ਭਾਈ ਤੁਹਾਡੀ ਪੂਰੀ ਤੁਹਾਨੂੰ ਤਨਖਾਹ ਮਿਲੇਗੀ ਔਰ ਤੁਹਾਨੂੰ ਮਤਲਬ ਜਿਹੜਾ ਅੱਜ ਤੋਂ ਜਿਹੜਾ ਤੁਹਾਡਾ ਅਕਾਊਂਟ ਹੋਵੇਗਾ ਪ੍ਰੋਵੇਸ਼ਨ ਦੇ ਵਿੱਚ, ਉਹ ਗੱਲਾਂ ਤਾਂ ਉਹਨਾਂ ਨੇ ਅਨਾਉਂਸ ਨਹੀਂ ਕੀਤੀਆਂ। ਇਹ ਕੋਈ ਅਫਸਰ ਉਹਨਾਂ ਨੂੰ ਗਮਰਾਹ ਕਰ ਰਿਹਾ, ਉਹਨਾਂ ਦਾ ਜਲੂਸ ਕਢਾ ਰਿਹਾ। ਮੈਂ ਤਾਂ ਇਹ ਕਹੂੰਗਾ ਜਲੂਸ ਨਿਕਲ ਰਿਹਾ ਸੀਐਮ ਸਾਹਿਬ ਦਾ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਜੇ ਲੋੜ ਹੈ ਤਾਂ ਮੈਂ ਆਪਣੀਆਂ ਸੇਵਾਵਾਂ ਦੇ ਦੂੰ, ਬਿਨਾਂ ਤਨਖਾਹ ਤੋਂ ਵੀ ਦੇ ਦੂੰ। ਤੇ ਨੰਬਰ 2 ਦੇ ਉੱਤੇ ਜੇ ਪੈਸੇ ਦੀ ਕਮੀ ਹੈ ਮੈਂ ਪੈਸਾ ਵੀ ਪੈਦਾ ਕਰ ਦੂੰ, ਮੈਂ ਪੈਸਾ ਵੀ ਡਿਪਾਰਟਮੈਂਟ ਚੋਂ ਪੈਦਾ ਕਰ ਲੂੰਗਾ, ਪਰ ਪਟਵਾਰੀਆਂ ਦੀਆਂ ਤਹਿਸੀਲਦਾਰਾਂ ਦੀਆਂ ਸਹੂਲਤਾਂ ਜੋ ਕਮੀਆਂ ਨੇ ਉਹ ਬਹਿ ਕੇ ਗੱਲ ਤਾਂ ਸੁਣ ਲਓ, ਕੋਈ ਸੁਣਨ ਨੂੰ ਤਿਆਰ ਨਹੀਂ। ਇੱਕ ਪਾਸੇ ਇਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਤਿਆਰ ਕੀਤਾ ਹੋਇਆ, ਅਜੇ ਬੱਚਿਆਂ ਨੇ ਜੁਆਇਨ ਨਹੀਂ ਕੀਤਾ, 710 ਬੱਚੇ ਨੂੰ ਅਜੇ ਅਪਾਇੰਟਮੈਂਟ ਲੈਟਰ ਮਿਲਣੇ ਨੇ, ਉਹਨਾਂ ਦੇ ਖਿਲਾਫ ਕਰਪਸ਼ਨ ਦੀਆਂ ਗੱਲਾਂ ਕਰੀ ਜਾਂਦੇ ਨੇ। ਮੈਂ ਤਾਂ ਹਾਸੋ ਦੀਆਂ ਗੱਲਾਂ ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਕਰਕੇ ਸੀਐਮ ਸਾਹਿਬ ਦਾ ਮੈਂ ਤੁਸੀਂ ਬੜੀ ਤਫਸੀਲ ਨਾਲ ਗੱਲ ਰੱਖੀ ਹੈ, ਸਰਕਲਸ ਵਾਲੀ ਗੱਲ ਵੀ ਕਲੀਅਰ ਹੋਈ ਕਿ ਜਿਹੜੇ ਦਰਸ਼ਕਾਂ ਨੂੰ ਹੁਣ ਤੱਕ ਸਰਕਲ ਨਹੀਂ ਪਤਾ ਸੀ ਕਿ ਕਿਸ ਤਰੀਕੇ ਨਾਲ ਪਟਵਾਰੀ ਦੇ ਕੋਲ ਸਰਕਲ ਹੁੰਦੇ ਨੇ, ਤਾਂ ਉਹ ਵੀ ਚੀਜ਼ ਤੁਸੀਂ ਕਲੀਅਰ ਕੀਤੀ ਹੈ ਕਿ ਕਿਸ ਤਰੀਕੇ ਨਾਲ ਸਰਕਲ ਗਿਣੇ ਜਾਂਦੇ ਨੇ। ਪਰ ਮੇਰੀ ਰਿਕੁਐਸਟ ਇੱਕ ਜ਼ਰੂਰ ਹੈ ਕਿ ਆਪਾਂ ਚਾਹੇ ਜਿਹੜੇ ਇੱਥੇ ਬੁਲਾਰੇ ਬੈਠੇ ਨੇ ਉਹਨਾਂ ਦੇ ਲਈ, ਮੋਹਨ ਸਿੰਘ ਜੀ, ਚਾਹੇ ਸੂਬੇ ਦੇ ਮੁੱਖ ਮੰਤਰੀ ਨੇ, ਉਹ ਬਹੁਤ ਵੱਡੀ ਚੇਅਰ ਦੇ ਉੱਤੇ ਬੈਠੇ ਨੇ, ਇਸ ਕਰਕੇ ਆਪਾਂ ਜ਼ਰੂਰ ਥੋੜੇ ਜਿਹੇ ਢੁਕਵੇਂ ਸ਼ਬਦਾਂ ਦਾ ਇਸਤੇਮਾਲ ਜ਼ਰੂਰ ਕਰ ਰਹੀ ਹੈ ਜਿਹੜਾ ਇੱਕ ਮਰਿਆਦਾ ਦੇ ਵਿੱਚ ਹੋਣ। ਗੌਰਵ ਜੀ ਮੈਂ ਨਹੀਂ ਕਮੈਂਟ ਮੈਂ ਸਰਕਲ ਵਾਲੀ ਗੱਲ ਕਲੀਅਰ ਕਰ ਦੋ, ਵਿਚਾਲੇ ਰਹਿ ਗਈ, ਪਲੀਜ਼ 1 ਮਿੰਟ ਦੇ। ਚਲੋ ਠੀਕ ਹੈ, ਤੁਸੀਂ ਕਰ ਲਓ ਗੱਲ, ਕੰਪਲੀਟ ਕਰ ਲਓ ਤੁਸੀਂ। ਮੈਂ ਸਰਕਲ ਵਾਲੀ ਗੱਲ ਕਲੀਅਰ ਕਰ ਰਿਹਾ ਵੀ ਉਹਦੇ 4 ਕ੍ਰਾਈਟੇਰੀਆ ਨੇ
ਬਰਾਨੀ ਜਿਹੜੀ ਜ਼ਮੀਨ ਹੋਵੇ 3200 ਏਕੜ, ਚਾਹੀ 1300 ਏਕੜ ਤੇ 1200 ਖਤੌਨੀ। ਜੇ 1200 ਖਤੌਨੀ ਤੋਂ ਉੱਪਰ ਕ੍ਰਾਸ ਕਰ ਜਾਣ ਖਤੌਨੀਆਂ ਤਾਂ ਉਹ ਸਰਕਲ ਟੁੱਟ ਕੇ ਦੋ ਬਣਦੇ ਨੇ। ਜਿਵੇਂ ਕਿ ਆਪਾਂ ਵੋਟਾਂ ਦੇ ਵਿੱਚ 1000 ਤੋਂ ਵੋਟਾਂ ਟੱਪ ਜਾਂਦੀਆਂ ਨੇ, 1500 ਵੋਟ ਹੋ ਜਾਂਦੀ, ਜਿਹੜੇ ਪਿੰਡ 'ਚ ਉੱਥੇ 2 ਬੂਥ ਲੱਗਦੇ ਨੇ। ਇਸੇ ਤਰ੍ਹਾਂ ਜੇ 1200 ਖਤੌਨੀਆਂ ਤੋਂ ਉੱਪਰ ਟੱਪ ਜੇ ਤਾਂ ਸਰਕਲ ਟੁੱਟਦਾ। ਅੱਜ ਤੁਸੀਂ ਸੁਣ ਕੇ ਪਹਿਲਾਂ ਤਾਂ ਇਹ ਹੈਰਾਨ ਹੋਵੋਗੇ, ਲੁਧਿਆਣੇ ਦੇ ਪਟਵਾਰ ਸਰਕਲਾਂ ਦੀਆਂ ਖਤੌਨੀਆਂ ਪਤਾ ਕਿੰਨੀਆਂ ਨੇ? 1200 ਦੀ ਬਜਾਏ 28,000 ਨੇ। 25,000 ਖਤੌਨੀ ਹੈ, ਉਹਦੇ 5-5 ਸਰਕਲ ਬਣ ਰਹੇ ਨੇ, 6-6 ਬਣਨੇ ਨੇ, 15-15 ਸਰਕਲ ਬਣਨੇ ਨੇ। ਠੀਕ ਹੈ, ਇਹ ਕੋਈ ਧਿਆਨ ਨਹੀਂ ਦੇ ਰਿਹਾ ਇਸ ਪਾਸੇ। ਸਾਡਾ ਖੂਨ ਪੀ ਰਹੇ ਨੇ, ਪ੍ਰੈਸ਼ਰ ਦੇ ਤੇ ਪ੍ਰੈਸ਼ਰ ਤੇ ਪ੍ਰੈਸ਼ਰ, ਇਹ ਗੱਲਬਾਤ ਕੋਈ ਧਿਆਨ ਨਹੀਂ ਦੇ ਰਿਹਾ। ਠੀਕ ਹੈ, ਚਲੋ ਤੁਹਾਡੀ ਗੱਲ ਆ ਗਈ, ਮੈਂ ਵੀ ਸਮਝ ਪਾ ਰਿਹਾ ਕਿ ਜਿਹੜੇ ਮੁਲਾਜ਼ਮਾਂ ਦਾ ਦਰਦ ਹੈ ਉਹ ਵੀ ਸ਼ਾਇਦ ਤੁਹਾਡੇ ਜ਼ਰੀਏ ਹੀ ਅੱਜ ਸਰਕਾਰ ਤੱਕ ਜ਼ਰੂਰ ਪਹੁੰਚੇਗਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰ ਸਾਰਿਆਂ ਦਾ ਰੁਕ ਕਰਨਾ। ਅਹਿਬਾਬ ਗਰੇਵਾਲ ਜੀ, ਇਕੱਠੇ ਜਵਾਬ ਤੁਸੀਂ ਦੇ ਦਿਓ। ਇਨਫੈਕਟ ਸਾਡੇ ਨਾਲ ਇਸ ਵਿਚਾਲੇ ਕਮਲ ਨਰਿੰਦਰ ਸਿੰਘ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਲਈ ਜੁੜ ਚੁੱਕੇ ਨੇ, ਉਹਨਾਂ ਤੱਕ ਵੀ ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਪਰ ਪਹਿਲਾਂ ਮੈਂ ਇੱਕ ਵਾਰੀ ਰੁਕ ਕਰਦਾ। ਦੀਪਾ ਜੀ ਸਾਡੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਦੀਪਾ ਜੀ, ਅਕਾਲੀ ਦਲ ਦਾ ਛੋਟਾ ਰੱਖਿਓ ਥੋੜਾ ਜਿਹਾ ਸਟੇਟਮੈਂਟ। ਮੇਰੀ ਰਿਕੁਐਸਟ ਹੈ ਤੁਸੀਂ ਆਪਣੀ ਗੱਲ ਕੰਪਲੀਟ ਜ਼ਰੂਰ ਕਰਿਓ ਕਿ ਵਾਕਈ ਇਸ ਤਰੀਕੇ ਨਾਲ ਇਸ ਨੂੰ ਸਮਝਿਆ ਜਾਵੇ ਕਿ ਸਖਤੀ ਹੈ। ਦੇਖੋ ਗੱਲ ਇਹ ਹੈ ਕਿ ਜੇ 5000 ਰੁਪਏ ਦਾ ਅੱਜ ਜ਼ਿਕਰ ਕਰ ਰਹੇ ਨੇ ਪਟਵਾਰੀ यूनियन के नुमाइंदे या पटवारी जिथे भी है कि देखो जी तो 5000 मिलता है या फिर इन्नी तनख्वाह मिलती है, तो पिछलियां सरकारों के उत्ते भी क्वेश्चन मार्क है। जे मोहन सिंह जी अज बैठ के इत्थे कह रहे हैं कि लुधियाना दे विच खतौनी जे 1200 हेक्टेयर की होनी चाहिए और 28,000 है, तो फिर उस दे विच साबका सरकारां भी जिम्मेवार ने। मतलब समय समय के उत्ते वो सर्कल नहीं वधाए गए, इस करके पटवारियों के उत्ते प्रैशर वधदा गया जो अज मोहन सिंह जी की जुबानी सब दे सामने आ रहा है। दीपा जी, शुक्ला जी, वैसे गल अज दी सरकार दी करनी चाहिए है क्योंकि मुद्दा अज दी सरकार दे उत्ते खड़ा है। बाकी पुरानियां सरकारां दी गल करिए उदों इहो जिहा कदी इस्तेमाल लाण दी मैं नहीं समझदा कि इहो जी कदी लोड़ पई है। जिवें श्रोमणी अकाली दल बीजेपी सरकार दी पुरानी गल करां 10 सालां दी, पर अज जिहड़ा तुसीं कहा भी अज जिहड़ा ये की सुनेहा दे रहे है, अज दा सिस्टम की कर रहा है, बिल्कुल सुनेहा क्लीयर है कि इनएक्सपीरियंस सरकार है, तजर्बा इन्हां नूं है नहीं, फोकी वाह वाह इन्हां ने कटनी है, डिसीजन लै लैंदे है, डिसीजन ते पूरा नहीं पैंदा, फिर डिसीजन उल्टाने पैंदे है, फिर आपदी जिम्मेवारी छड्ड के सीएम साहब अफसरां दी जिम्मेवारी सिरते है, उन्हां नूं सस्पेंड करके एवें फिर एक हो जा वाह वाह खटदे है। सो ये सारी गल जिहड़ी है ना फोकी वाह वाह खट्टन दी है। आपदे आप नूं अज प्रताप सिंह कैरो नाल कंपैरिजन करन दा सीएम साहब सोच रहे हैं कि मैं इहो जिहा इक लीडर हां, बड़ा लोह पुरुष हां, बड़ी दूर है जिहियां गल्लां। सीएम साहब नूं समझना चाहिए स्टेज चलानी ते स्टेट चलानी च बड़ा फर्क है। और 1.5-2 साल च लोग वेख रहे हैं वाकई गल कहंदे जी सिस्टम बदलन आए सी। मैं कहना जिहड़ा सिस्टम चलदा सी उहनूं भी तुसीं तहस नहस कर रहे हो। जिहड़ा पटवारी दी पोस्ट है ना जी, बड़ा वड्डा एडमिनिस्ट्रेशन दा इंपोर्टेंट अंग है। वो पहले डीसी दी अपनी जिम्मेवारियां, एसडीएम दी अलग गलियां, तहसीलदार दी है, जिहड़ी काम खत्म ते शुरू हुंदा है वो पटवारी तो हुंदा है। अज 4700 तो वध सर्कल है, 1500 के लगभग तुहाडे रेगुलर पटवारी है। कि जे तुसीं 3-3 4-4 सर्कलों की उन्होंने जिम्मेवारी दोगे तो करप्शन तो वधूगी और लोगों का भी देखो खराब होणगे लोग, और जे काम नहीं होणगे काम कराने पिछे लोगों को भी तो पैसा देना पैना है। ये आपां ठीक है बदनाम भी है और वाकई करप्शन भी हैगी है, मैं इस गल तो नहीं कहता, पर उस तुसीं जे करप्शन के नां ते आके तुसीं वो गल्लां करदे हो, ਤੁਸੀਂ ਉਹਨਾਂ ਨੂੰ ਜਿੰਨੇ ਕੋਈ ਜ਼ਿੰਮੇਵਾਰੀ ਦੇਣੀ ਉਨੀ ਸੰਭਾਲੋ, ਬੈਠ ਕੇ ਗੱਲ ਕਰੋ। ਅੱਜ ਤੋਂ ਕਹਿੰਦੇ 741 ਨੂੰ ਅਸੀਂ ਜੀ ਪੋਸਟਾਂ ਦੇ ਰਹੇ ਹਾਂ, ਦੂਜੀਆਂ ਐਡਵਰਟਾਈਜ਼ਮੈਂਟ ਕੱਢ ਰਹੇ ਹਾਂ, 1.5-2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ, ਉਸ ਤੋਂ ਪਹਿਲਾਂ ਦੀਆਂ ਪੋਸਟਾਂ ਨਿਕਲੀਆਂ ਹੋਈਆਂ। ਜੇ ਅੱਜ ਉਹਨਾਂ ਨੂੰ ਬਿਠਾ ਕੇ ਗੱਲ ਕਰੋ ਵੀ ਆਪਾਂ ਇੰਨੀ ਦੇਰ ਦੇ ਵਿੱਚ ਹੋਰ ਪਟਵਾਰੀ ਲਾ ਰਹੇ ਹਾਂ, ਤੁਹਾਡਾ ਕੰਮ ਘਟ ਜਾਊਗਾ, ਉਸ ਤੋਂ ਬਾਅਦ ਇੰਨੇ ਹੋਰ ਪਟਵਾਰੀ ਲਾ ਦਾਂਗੇ, ਤੇ ਮੈਂ ਸਮਝਦਾ ਐਡੇ ਤਾਂ ਉਹਨਾਂ ਨੂੰ ਕੋਈ ਲੋੜ ਨਹੀਂ ਸਟ੍ਰਾਈਕ ਤੇ ਜਾਣ ਦੀ ਜਾਂ ਹੋਰ ਕਰਨ ਦੀ। ਉਹ ਕੰਮ ਕਰਨ ਆਏ ਹੈ, ਕੰਮ ਕਰ ਰਹੇ ਹੈ, ਉਹਨਾਂ ਨੂੰ ਵੀ ਪਤਾ ਪੰਜਾਬ ਦੇ ਕੀ ਹਾਲਾਤ ਹੈ, ਜਿਹੜੇ ਹੜ੍ਹ ਵਾਲੇ ਡਿਸਟ੍ਰਿਕਟ ਹੈ ਉੱਥੇ ਦਾ ਕੀ ਹਾਲ ਹੈ। ਲੋਕਾਂ ਨੂੰ ਮੈਂ ਨਹੀਂ ਸਮਝਦਾ ਉਹ ਖਰਾਬ ਕਰਨਾ ਚਾਹੁੰਦੇ ਹੋਣਗੇ, ਤੇ ਸਰਕਾਰ ਨੂੰ ਟੇਬਲ ਤੇ ਬਹਿ ਕੇ ਗੱਲ ਕਰਨੀ ਚਾਹੀਦੀ। ਫੋਕੀ ਵਾਹ ਵਾਹ ਬਹੁਤ ਹੋ ਗਈ, ਹੁਣ ਲੋਕ ਸਮਝ ਚੁੱਕੇ ਹੈ। ਜਵਾਬ ਲਈਏ ਜੀ, ਚਲੋ ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਨਰਿੰਦਰ ਸਿੰਘ ਜੀ ਸਾਡੇ ਨਾਲ ਬੀਜੇਪੀ ਤੋਂ ਨਹੀਂ, ਮੈਂ ਉਹਨਾਂ ਦਾ ਰੁਕ ਕਰਾਂਗਾ, ਸ਼ਾਇਦ ਉਹਨਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ, ਪਰ ਉਸ ਤੋਂ ਪਹਿਲਾਂ ਮੈਂ ਰੁਕ ਕਰਦਾ ਅਹਿਬਾਬ ਗਰੇਵਾਲ ਜੀ। ਸਰ ਛੋਟਾ ਛੋਟਾ ਜਵਾਬ ਰੱਖਿਓ ਤਾਂ ਕਿ ਮੈਂ ਵਾਰ-ਵਾਰ ਤੁਹਾਡੇ ਕੋਲ ਆ ਸਕਾਂ। ਅਹਿਬਾਬ ਜੀ, करे ब्यूरोक्रेट्स की करे पटवारी नहीं जी सर, मंत्रियों के 4-4.5 साल बाद सिद्धू साहब साडी पार्टी की बोलेंगे कि 5-6 हज़ार करोड़ के मंत्री है। मुलाजमान की चिंता कांग्रेस को बहुत ज्यादा है। तुहानूं पता है कि पुलिस वाला
ਸਪਾਈ ਤੋਂ ਲੈ ਕੇ ASI ਲੈਵਲ ਤੱਕ ਉਹਨਾਂ ਨੂੰ ਡਾਈਟ ਤੇ ਕਿੰਨੇ ਪੈਸੇ ਮਿਲਦੇ ਰੋਜ਼ ਦੇ? 2 ਰੁਪਏ 60 ਪੈਸੇ ਰੋਟੀ ਦੇ ਮਿਲਦੇ ਆ ਦਿੱਤੇ ਤੁਸੀਂ ਸਰਕਲ 'ਚ। ਅਸੀਂ ਕਿਹਾ ਸਿਸਟਮਿਕ ਚੇਂਜ ਆ ਰਹੀ ਹੈ। ਜਦੋਂ ਸਿਸਟਮਿਕ ਚੇਂਜ ਆ ਰਹੀ ਹੈ, ਜੇ ਪਤਾ ਲੱਗਿਆ ਕਮੀ ਤਰੁੱਟੀਆਂ ਪੂਰੀ ਕਰਾਂਗੇ। ਪਹਿਲੀ ਗੱਲ, ਪਟਵਾਰ ਯੂਨੀਅਨ ਵਾਲੇ ਸਰ ਨੇ ਕਿਹਾ ਕਿ ਇਹਨਾਂ ਨੂੰ ਕੋਈ ਗਲਤ ਸਲਾਹ ਦੇ ਰਿਹਾ, ਕੋਈ ਫਲਾਣਾ ਕਰ ਰਿਹਾ, ਕੋਈ ਧਮਕਾਣਾ ਕਰ ਰਿਹਾ। ਬਿਲਕੁਲ ਸਰ, ਸੁਣੋ ਮੇਰੀ, ਮੈਂ ਦੋ ਤਿੰਨ ਗੱਲਾਂ ਨੋਟ ਕੀਤੀਆਂ ਸੀਗੀਆਂ। ਨਵੇਂ ਬੱਚਿਆਂ ਨੂੰ ਦੇ ਰਹੇ ਹੋ, ਉਹ ਸਰ ਜਿਹੜੇ ਬੱਚੇ ਵਿਚਾਰੇ ਇੰਨੀ ਦੇਰ ਦੇ ਕੰਮ ਕਰ ਰਹੇ ਹੋ ਉਹਦੀ ਪਟਵਾਰੀ ਦਫ਼ਤਰਾਂ 'ਚ, ਜਿਹੜੇ ਵਿਚਾਰੇ 10,000 8,000 ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾ, ਉਹਨਾਂ ਦਾ ਐਕਸਪੀਰੀਅੰਸ ਹੈ। ਸਰ ਮੈਂ 16 ਸਾਲ ਦੀ ਉਮਰ ਦਾ ਪਟਵਾਰਖਾਨੇ ਜਾਂਦਾ, ਮੈਂ 7 ਮਹੀਨੇ ਸਮਝ ਗਿਆ ਸੀ, 7 ਮਹੀਨੇ ਸਮਝ ਗਿਆ ਸੀ ਪਟਵਾਰੀ ਦਾ ਕੰਮ ਸਭ ਤੋਂ ਜ਼ਰੂਰੀ ਹੁੰਦਾ। ਮੈਂ ਭੁਗਤਿਆ, ਜੇ ਪਟਵਾਰੀ ਲਿਖ ਦੇਵੇ ਸੁਪਰੀਮ ਕੋਰਟ ਤੋਂ ਹੀ ਪੜਦਾ, ਥੱਲੇ ਨਹੀਂ ਪੜਦਾ। ਸੋ ਜੇ ਇੰਨਾ ਪ੍ਰੈਸ਼ਰ ਹੈ ਸਾਡੇ ਭਰਾਵਾਂ ਤੇ ਅਸੀਂ ਤਾਂ ਪ੍ਰੈਸ਼ਰ ਚੱਕਣਾ ਨਾ ਜੀ। ਨਹੀਂ ਫਿਰ ਕਿਵੇਂ ਚੱਕਿਆ ਜਾਏਗਾ ਨਾ ਸਰ, ਜੇ ਉਹਨਾਂ ਦੀਆਂ ਮੰਗਾਂ ਨੂੰ ਉਹ ਬੈਠੇ ਨੇ ਮੋਹਨ ਜੀ, ਨਹੀਂ ਅਹਿਬਾਬ ਜੀ, ਮੋਹਨ ਜੀ ਬੈਠੇ ਨੇ, ਉਹ ਕਹਿੰਦੇ ਸੁਣਦੇ ਨਹੀਂ ਸਰਕਾਰ, ਕਿ ਜੇ ਤੁਹਾਨੂੰ ਲੱਗਦਾ ਕਿ ਵਾਕਈ ਇਸ ਸਮੇਂ ਉਹਨਾਂ ਦੇ ਉੱਪਰ ਬਹੁਤ ਪ੍ਰੈਸ਼ਰ ਹੈ, ਬੈਠ ਕੇ ਗੱਲ ਕਰ ਲਓ, ਉਹਨਾਂ ਨੂੰ ਪੁੱਛੋ ਆਖਿਰ ਦਿੱਕਤ ਕੀ ਹੈ। ਜੀ ਨਹੀਂ ਸੁਣਦੇ ਆ। ਮੋਹਨ ਜੀ ਨੇ ਕਿਹਾ ਕਿ 23 ਜ਼ਿਲ੍ਹੇ ਹੋ ਗਏ ਸਰ। ਲਾਸਟ ਜ਼ਿਲ੍ਹਾ ਮਲੇਰਕੋਟਲਾ ਕੈਪਟਨ ਸਾਹਿਬ ਨੇ ਬਣਾਇਆ ਸੀ, ਅਸੀਂ ਨਹੀਂ ਬਣਾਇਆ। ਉਦੋਂ ਤੱਕ ਕਿਤੇ ਕੋਈ ਸਟ੍ਰਾਈਕ ਨਹੀਂ ਹੋਈ, ਕੋਈ ਗੱਲ ਨਹੀਂ ਸਰ। ਸਾਨੂੰ ਪਤਾ ਜ਼ਿਲ੍ਹੇ ਵੱਧ ਗਏ, ਸਾਨੂੰ ਪਤਾ ਸਰਕਲ ਵੱਧ ਗਏ। ਮੈਂ ਕਲੀਅਰ ਸ਼ਬਦਾਂ 'ਚ ਪੁੱਛ ਰਿਹਾ ਅਹਿਬਾਬ ਜੀ, ਸਟ੍ਰਾਈਕ ਦੀ ਵਜ੍ਹਾ ਕੀ ਨਜ਼ਰ ਆਉਂਦੀ ਹੈ ਸਰਕਾਰ ਨੂੰ? ਤੁਹਾਨੂੰ ਕੀ ਲੱਗਦਾ ਕਿ ਸਟ੍ਰਾਈਕ ਦੀ ਵਜ੍ਹਾ ਕੀ? ਸਰਕਲ ਤਾਂ ਘਟਾ ਦਿਓ ਜੀ ਤੁਸੀਂ। ਮੈਂ ਹੁਣ ਬੋਲਣਾ ਸਰ, ਮੈਂ ਆ ਰਹੇ ਸਰ ਤੁਹਾਡੇ ਕੋਲ ਆ ਰਹੇ। ਤੁਸੀਂ ਐਡਵਾਈਸ ਕਰਿਓ, ਮੈਂ ਮਾਨ ਸਾਹਿਬ ਨੂੰ ਜ਼ਰੂਰ ਪਾਸ ਆਨ ਕਰੂੰਗਾ ਕਿ ਤੁਸੀਂ ਐਡਵਾਈਸ ਕਰ ਸਕਦੇ ਹੋ। ਘਟਾਇਆ ਕੁਛ ਨਹੀਂ, ਤੁਸੀਂ ਇੱਕ ਨੰਬਰ ਦੇਖ ਰਹੇ ਹੋ, ਅਸੀਂ ਕਮੀ ਦੱਸ ਰਹੇ ਸੀ, ਮਾਨ ਸਾਹਿਬ ਦੱਸ ਰਹੇ ਸੀ ਇੰਨੀ। ਸਟ੍ਰਾਈਕ ਦੀ ਵਜ੍ਹਾ ਇਹ ਹੈ ਸਰ ਕਿ ਇੱਕ ਸਿਸਟਮ ਚੱਲ ਰਿਹਾ ਸੀ ਜਿੱਥੇ ਚੱਲਦਾ ਸੀਗਾ ਕਿ ਪੈਸੇ ਚਲਤੇ ਹੈ। ਗੌਰਵ ਜੀ ਤੁਸੀਂ ਵੀ ਪਟਵਾਰਖਾਨੇ ਗਏ ਹੋ, ਮੈਂ ਵੀ ਗਿਆ, ਤੁਹਾਡੇ ਚੋਂ ਕੋਈ ਵੀ, ਆਪਾਂ ਸਾਰੇ ਦਫ਼ਤਰਾਂ 'ਚ ਗਏ ਆ, ਆਪਾਂ ਜੇਬ 'ਚ 1000 2000 ਰੁਪਏ ਫਾਲਤੂ ਪਾ ਕੇ ਜਾਂਦੇ ਆ। ਐਂਡ ਸੁਣੋ, ਉਹ ਪਟਵਾਰੀ ਦੀ ਗਲਤੀ ਨਹੀਂ ਹੈ, ਜਿਹਨੂੰ ਵਿਚਾਰੇ ਨੂੰ ਇੱਕ ਦੀ ਥਾਂ ਤੇ 3 ਪਿੰਡਾਂ ਦਾ ਕੰਮ ਦਿੱਤਾ, ਉਹਨੇ ਜਾਣਾ ਵੀ, ਉਹਨੇ ਤੇਲ ਵੀ ਖਰਚਣਾ, ਉਹਨੂੰ ਸਟੇਸ਼ਨ ਵੀ ਜਾਣੀ ਹੈ। ਅਸੀਂ ਤੁਹਾਡਾ ਦਰਦ ਸਮਝਦੇ ਹਾਂ, ਅਸੀਂ ਜਿਹਦਾ ਵੀ ਬੱਚਾ ਪਿੱਛੇ ਬੋਲ ਰਿਹਾ ਰੋਕ ਲਓ ਜੀ ਪਲੀਜ਼, ਅਸੀਂ ਤੁਹਾਡਾ ਦਰਦ ਸਮਝਦੇ। ਹੁਣ ਰਹੀ ਅਕਾਲੀ ਦਲ ਦੀ ਗੱਲ, ਹੋਟਲ ਚਲਾਉਣ ਦਾ ਐਕਸਪੀਰੀਅੰਸ ਨਹੀਂ ਹੈ ਸਰ, ਨਾ ਹੀ ਚਾਹੀਦਾ। ਹੁਣ ਤੁਹਾਡੇ ਜਿਹੜੇ ਦੋਹੇ ਜਿਹੜੇ ਤੁਹਾਡੇ ਅਫਸਰਾਂ ਨੂੰ ਫੋਨ ਕਰਦੇ ਨਾ ਨਾਮ ਲੈ ਕੇ, ਓ ਯੂ ਲਿਸਨ ਆਮ ਕਾਲਿੰਗ, ਆ ਕਰ ਰਹੇ ਆ ਲੋਕਾਂ ਨੂੰ ਇੰਪ੍ਰੈਸ ਕਰਨ ਲਈ ਤੁਹਾਡੇ ਬੰਦੇ, ਆ ਕਰ ਰਹੇ ਤੁਹਾਡੇ ਦੋਵੇਂ ਲੀਡਰ ਵੱਡੇ ਵਾਲੇ। ਸੋ ਤੁਸੀਂ ਤਾਂ ਰਹਿ ਨਹੀਂ ਦਿਓ, ਤੁਸੀਂ ਤਾਂ ਬੋਲੋ ਹੀ ਨਾ, ਉਹ ਖੜ ਜਾਓ, ਤੁਸੀਂ ਤਾਂ ਬੋਲੋ ਹੀ ਨਾ। ਤੁਹਾਡੇ ਦੋਹੇ ਲੀਡਰਾਂ ਦੀ ਮੇਰੇ ਕੋਲ ਸਾਹਮਣੇ ਰਿਕਾਰਡਿੰਗਾਂ ਠੀਕ ਹੈ। ਚਲੋ ਇੱਕ ਕਰਕੇ ਤੁਸੀਂ ਜਵਾਬ ਦੇ ਦਿਓ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਦਾ। ਗੱਲ ਇਹ ਹੈ ਕਿ ਅਸੀਂ ਸਿਸਟਮਿਕ ਚੇਂਜ ਲਿਆ ਰਹੇ ਹਾਂ, ਆ ਕੇ ਰਹੂਗੀ, ਬਦਲਾਵ ਹੋਊਗਾ, ਨਵੇਂ ਬੱਚੇ ਆਉਣਗੇ, ਪੰਜਾਬ ਦੇ ਲੋਕਾਂ ਨੂੰ ਸਹੂਲਤ ਮਿਲੂਗੀ। ਠੀਕ ਹੈ, ਤਾਂ ਥੋੜਾ ਵੇਟ ਕਰਿਓ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਨਰਿੰਦਰ ਸਿੰਘ ਜੀ ਜੁੜ ਚੁੱਕੇ ਨੇ। ਕਮਲ ਨਰਿੰਦਰ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਨਰਿੰਦਰ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਬੀਜੇਪੀ ਦਾ ਇੱਕ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਦਿਓ ਇਸ ਪੂਰੇ ਮਾਮਲੇ ਦੇ ਉੱਤੇ। ਇੱਕ ਪਾਸੇ ਸਟ੍ਰਾਈਕ ਹੈ, ਐਸਮਾ, ਇਹ ਦੂਜੇ ਪਾਸੇ ਨਵੀਂ ਭਰਤੀਆਂ। ਗੌਰਵ ਜੀ, ਮੈਨੂੰ ਇੱਕ ਗੱਲ ਦਾ ਜਵਾਬ ਦੇਣ ਗਰੇਵਾਲ ਸਾਹਿਬ, ਜੇ ਆਪਾਂ ਸਾਰੇ ਅਫਸਰਾਂ ਨੂੰ ਫਾਇਲ ਲਾ ਦਾਂਗੇ, ਪਟਵਾਰੀਆਂ ਤੇ ਅਸਮਾ ਲਾ ਦਾਂਗੇ, ਕਾਨੂੰਗੋਆਂ ਤੇ ਲਾ ਦੇਵਾਂਗੇ, ਤਹਿਸੀਲਦਾਰ ਦਾਗੀ ਹੈ, ਤੇ ਕੰਮ ਕੌਣ ਕਰੂਗਾ? ਮੈਨੂੰ ਦੱਸੋ ਕਿ ਵੀ ਆਪਾਂ ਦਫ਼ਤਰ 'ਚ ਮੁਲਾਜ਼ਮ ਜਾਂ ਪੰਜਾਬ ਗੌਰਮੈਂਟ ਦੇ ਆਫੀਸਰ ਬਾਹਰੋਂ ਲਿਆਵਾਂਗੇ ਕਿਤੇ? ਆਪਾਂ ਤਾਂ ਇੱਥੋਂ ਲਿਆਉਣੇ ਆ ਨਾ ਇਹਨਾਂ ਨੂੰ ਹੀ। ਕਿਉਂ ਨਹੀਂ ਆਪਾਂ ਗੱਲ ਨੂੰ ਸਮਝਦੇ? ਇੱਕ ਪਰਿਵਾਰ 'ਚ ਜੇ ਕੋਈ ਬੱਚਾ ਗਲਤੀ ਕਰਦਾ ਤੇ ਉਹਨੂੰ ਆਪਾਂ ਬੈਠ ਕੇ ਸਮਝਾ ਸਕਦੇ ਹਾਂ, ਨਾ ਕਿ ਆਪਾਂ ਉਹਨੂੰ ਕੰਨੋਂ ਫੜ ਕੇ ਬਾਹਰ ਕੱਢ ਦਿੰਦੇ ਹੈਗੇ ਆ। ਬਿਲਕੁਲ ਪਟਵਾਰੀ ਕਾਨੂੰਗੋ ਜਾਂ ਰੈਵਨਿਊ ਡਿਪਾਰਟਮੈਂਟ ਸਹੀ ਹੈ, ਅਸਮਾ ਲਾ ਦਿੱਤਾ ਹੈਗਾ। ਅਸਮਾ ਤਾਂ ਉਦੋਂ ਲਾਉਂਦੇ ਹੁੰਦੇ ਆ ਜਦੋਂ ਲਾਸਟ ਸਟੇਜ ਤੇ, ਜਦੋਂ ਕਿ ਸਾਰੀਆਂ ਗੱਲਾਂ ਜਿਹੜੀਆਂ ਬੇਕਾਬੂ ਹੋ ਜਾਣ। ਕੋਈ ਵੀ ਮੁਲਾਜ਼ਮ ਹੈ ਆਖੇ ਨਾ ਲੱਗੇ, ਕੁਦਰਤੀ ਆਫਤ ਆ ਜੇ। ਇਹ ਤਾਂ ਜਸਟ ਗੱਲ ਹੋ ਰਹੀ ਹੈ, ਇਹ ਤਾਂ ਉਹਨਾਂ ਆਪਣੀਆਂ ਮੰਗਾਂ ਦੇ ਸੰਬੰਧ ਚ ਗੱਲ ਕਰ ਰਹੇ ਆ, ਚੱਕ ਕੇ ਅਸਮਾ ਲਾਤਾ। ਇਹ ਤਰੀਕਾ ਗਲਤ ਆ ਵੀ, ਇਹ ਤਰੀਕਾ ਨਹੀਂ ਸਹੀ ਹੈਗਾ। ਬੀਜੇਪੀ ਜਿਹੜੀ ਹੈ ਸੀਐਮ ਤਾਂ ਇਹ ਵੀ ਜ਼ਿਕਰ ਕਰਕੇ ਕਹਿੰਦੇ 1.5 ਲੱਖ ਰੁਪਏ ਤਨਖਾਹ ਲੈ ਰਹੇ ਨੇ, ਅੱਗੇ ਬੰਦੇ ਰੱਖੇ ਹੋਏ ਨੇ, ਫਿਰ ਵੀ ਸਟ੍ਰਾਈਕ ਕਰ ਦਿੰਦੇ ਨੇ। ਗੌਰਵ ਜੀ, ਸਟ੍ਰਾਈਕ ਦਾ ਸੁਣੋ ਗੱਲ। ਇੱਕ ਪਟਵਾਰੀ ਕੋਲੇ 4 ਸਰਕਲ ਹੈ, 4 ਸਰਕਲਾਂ ਮਤਲਬ 15 ਪਿੰਡ, ਉਹ ਕਿਵੇਂ ਸੰਭਾਲਦਾ ਹੈਗਾ? ਧੰਨਾ ਪਟਵਾਰੀ ਮੈਂ ਕਹਿੰਦਾ ਜਿਹੜੇ ਸੰਭਾਲਦੇ ਆ। ਤੁਸੀਂ ਕਹਿੰਦੇ ਹੋ ਕਰਪਸ਼ਨ ਕਰਦੇ ਆ। ਪੰਜਾਬ 'ਚ ਹੋਰ ਕੋਈ ਮਹਿਕਮਾ ਨਹੀਂਗਾ, ਸਿਰਫ ਤਹਿਸੀਲਦਾਰ ਕਾਨੂੰਗੋ ਪਟਵਾਰੀ ਕਰਪਸ਼ਨ ਕਰਦੇ ਆ। ਇਹ ਗੱਲ ਜਿਹੜੀ ਆ ਇਹਨਾਂ ਨੂੰ ਦੱਸਣੀ ਪੈਣੀ ਆ। ਮੇਰੇ ਵੀਰ ਗਰੇਵਾਲ ਸਾਹਿਬ, ਤੁਸੀਂ ਵੀ ਇੱਥੇ ਦਫ਼ਤਰਾਂ 'ਚ ਆਉਂਦੇ ਰਹੇ ਹੋ, ਕੀ ਕੋਈ ਪੈਸਾ ਲੈਂਦਾ ਸੀਗਾ? ਨਹੀਂ।
ਇਹ ਤਾਂ ਸਿਰਫ ਇੱਕ ਨਾ ਬੜੀ ਬਣਾਤੀ ਕਹਾਵਤ ਹੈ ਆਪਣਾ ਕਿ ਵੀ ਜੀ ਮਾਲ ਮਹਿਕਮਾ ਕਰਪਟ ਹੈ, ਬਦ ਨਾਲੋਂ ਬਦਨਾਮ ਬੁਰਾ, ਐ ਥੋੜੀ ਹੁੰਦਾ ਹੈਗਾ। ਠੀਕ ਹੈ ਮੈਂ ਗਰੇਵਾਲ ਸਾਹਿਬ ਤੋਂ ਰਿਐਕਸ਼ਨ ਲਵਾਂਗਾ। ਇੱਕ ਵਾਰੀ ਮੈਂ ਕੋਟਲੀ ਜੀ ਦਾ ਰੁਖ ਕਰ ਲਵਾਂ। ਕੋਟਲੀ ਜੀ, ਜ਼ਿਕਰ ਹੋਇਆ ਕਿ ਪੰਜਾਬ ਦੇ ਵਿੱਚ 12 ਜ਼ਿਲ੍ਹੇ ਸੀ, ਕਿਸੇ ਟਾਈਮ 23 ਹੋ ਗਏ। ਕਾਬਿਲੇ ਗੌਰ ਵੀ ਹੈ ਕਿ 23 ਜਿਹੜਾ ਲਾਸਟ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉਹ ਕਾਂਗਰਸ ਦੇ ਸਮੇਂ ਹੀ ਬਣਿਆ। ਇੱਥੇ ਜ਼ਿਕਰ ਇਹ ਵੀ ਹੋ ਰਿਹਾ ਕਿ ਸਰਕਲ ਬਹੁਤ ਜ਼ਿਆਦਾ ਨੇ ਔਰ ਉਹ ਹੋਰ ਵੱਧ ਕੇ ਕਈ ਸਰਕਲ ਬਣ ਜਾਣਗੇ, ਪਰ ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ। ਜਿਹੜੇ ਪਟਵਾਰੀ ਸੀ ਉਹਨਾਂ ਦੀ ਗਿਣਤੀ ਨਹੀਂ ਵਧਾਈ ਗਈ, ਉਹਨਾਂ ਦੇ ਉੱਤੇ ਕੰਮ ਦਾ ਪ੍ਰੈਸ਼ਰ ਲਗਾਤਾਰ ਪੈਂਦਾ ਰਿਹਾ ਔਰ ਪਾਈ ਜਾਂਦੀ ਰਹੀ ਸਰਕਾਰ। ਸਿੱਧਾ ਜਿਹਾ ਸਵਾਲ ਤੁਹਾਡੀ ਸਰਕਾਰ ਦੇ ਉੱਤੇ ਵੀ ਹੈ ਜੋ 5 ਸਾਲ ਸੱਤਾ ਦੇ ਵਿੱਚ ਰਹੀ ਹੈ। ਦੇਖੋ ਗੌਰਵ ਜੀ, 5 ਸਾਲ ਸਾਡੀ ਸਰਕਾਰ ਹੈ, ਮੁਲਾਜ਼ਮ ਜਥੇਬੰਦੀ ਦੇ ਇੱਥੇ ਆਗੂ ਬੈਠੇ ਨੇ ਜੀ, ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਹਮੇਸ਼ਾ ਗੱਲ ਸੁਣੀ ਜਾਂਦੀ ਸੀ, ਟੇਬਲ ਤੇ ਬੈਠ ਕੇ ਮਸਲਿਆਂ ਦੇ ਹੱਲ ਹੋ ਜਾਂਦੇ ਸੀਗੇ। ਹੜਤਾਲਾਂ ਲਗਾਤਾਰ ਮੁਲਾਜ਼ਮ ਜ਼ਰੂਰ ਆਪਣੀਆਂ ਮੰਗਾਂ ਦੇ ਲਈ ਕਰਦੇ ਨੇ, ਪਰ ਇਦਾਂ ਤਾਂ ਹੋ ਰਿਹਾ ਕਿ ਤੁਹਾਨੂੰ ਕੱਢ ਕੇ ਅਸੀਂ ਬਾਹਰ ਮਾਰਾਂਗੇ ਤੇ ਅਸੀਂ ਇੱਥੇ ਐਸਮਾ ਲਗਾ ਦੇਾਂਗੇ ਜੀ। ਬੋਲਣ ਕਰਨਾ ਹਰੇਕ ਵਿਅਕਤੀ ਦਾ ਹੱਕ ਹੈ। ਹੁਣ ਜੇ ਅੱਜ ਇਨਸਾਨ ਇਹ ਕਹਿਣ ਕੇ ਵਿਹਲੜ ਇਹ ਲੱਗੇ ਹੋਏ ਨੇ, ਇਹ ਸਟ੍ਰਾਈਕਾਂ ਕਰਕੇ ਕੀ ਕਰਨਗੇ, ਅਸੀਂ ਝੁਕਾਂਗੇ ਨਹੀਂ। ਇੱਕ ਗੱਲ ਤੁਹਾਡੇ ਚੈਨਲ ਦੇ ਉੱਤੇ ਆ ਕੇ ਮੈਂ ਦੁਬਾਰਾ ਕਹਿਣੀ ਹੈ, ਸਾਰੇ ਬੁਲਾਰੇ ਸਾਹਿਬ ਇੱਥੇ ਬੈਠੇ ਨੇ, ਤੁਸੀਂ ਦੇਖਦੇ ਹੋ ਸਰਕਾਰ ਨੂੰ ਝੁਕਣਾ ਪੈਣਾ, ਸਰਕਾਰ ਨੂੰ ਇਹ ਐਸਮਾ ਲਗਾਇਆ ਸਾਰਾ ਵਾਪਸ ਲੈਣਾ ਪੈਣਾ। ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਿਣਾ ਗਰੇਵਾਲ ਸਾਹਿਬ, ਫਿਰ ਉਦੋਂ ਇਹਨਾਂ ਕੋਲ ਜਵਾਬ ਨਹੀਂ ਆਉਣਾ, ਕਿਉਂਕਿ ਪੰਜਾਬ ਦੇ ਅੰਦਰ ਦੱਸ ਸਕਦਾ ਮੈਂ ਉਸ ਨਹੀਂ ਜਾਣਾ ਚਾਹੁੰਦਾ, 8 ਤੋਂ 11 ਫੈਸਲੇ ਕੀਤੇ ਸਰਕਾਰ ਸਮੇਤ ਪੰਚਾਇਤਾਂ ਦੇ। ਕਾਂਗਰਸ ਸਰਕਾਰ ਨੇ ਕਦੇ ਏਦਾਂ ਨਹੀਂ ਸੀ ਕੀਤਾ, ਸਰਕਾਰ ਨੂੰ ਵਾਪਸ ਲੈਣੇ ਪਏ। ਮੈਂ ਕਹਿਣਾ ਚਾਹਨਾ, ਮੈਂ ਦੇਖੋ ਸਰਦਾਰ ਬਾਦਲ ਸਾਹਿਬ ਦੀ ਜ਼ਰੂਰ ਗੱਲ ਕਰਾਂਗਾ, ਚਾਹੇ ਕੈਪਟਨ ਅਮਰਿੰਦਰ ਸਿੰਘ ਅੱਜ ਦੂਸਰੀ ਪਾਰਟੀ ਦੇ ਵਿੱਚ ਗਏ ਨੇ, ਕਈ ਵਾਰ ਸੀਐਮ ਸਾਹਿਬ ਇਹਨਾਂ ਗੱਲਾਂ ਨੂੰ ਜ਼ਰੂਰ ਮੰਨ ਲੈਂਦੇ ਸੀ, ਉਹ ਰਾਬਤਾ ਗੱਲ ਚੱਲਦੀ ਸੀ। ਪਰ ਅੱਜ ਤੁਸੀਂ ਧਮਕੀਆਂ ਦੇ ਰਹੇ ਹੋ ਮੁਲਾਜ਼ਮਾਂ ਨੂੰ, ਅਸੀਂ ਕੱਢ ਕੇ ਤੁਸੀਂ ਨਵੇਂ ਰੱਖ ਲਾਂਗੇ। ਤੇ ਗਰੇਵਾਲ ਸਾਹਿਬ ਕੱਲ ਦਾ ਤੁਸੀਂ ਦੱਸਦੇ ਹੋ, ਤੁਹਾਨੂੰ ਸਿੱਧੀ ਧਮਕੀ ਨਜ਼ਰ ਆ ਰਹੀ ਹੈ। ਅਹਿਬਾਬ ਜੀ ਛੋਟਾ ਜਿਹਾ ਸਟੇਟਮੈਂਟ ਲਓ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਅਹਿਬਾਬ ਜੀ ਛੋਟਾ ਜਿਹਾ ਸਟੇਟਮੈਂਟ ਇਹ ਹੈ ਸਰ, ਪੰਜਾਬ ਦੀ ਪ੍ਰੋਬਲਮ ਕੀ ਰਹੀ ਹੈ 25 ਸਾਲਾਂ ਤੋਂ, ਹਰ ਚੀਜ਼ ਤੇ ਮਿੱਟੀ ਪਾ ਦਿਓ। ਆਪਾਂ ਪੰਜਾਬੀ ਆ, ਹਰ ਚੀਜ਼ ਤੇ ਮਿੱਟੀ ਪਾ ਦਿਓ, ਇਹਨੂੰ ਦੱਬ ਦਿਓ। ਇਹ ਅਸੀਂ ਕਿਹਾ ਸੀ ਸਿਸਟਮ ਚੇਂਜ ਕਰਨਾ, ਜਦੋਂ ਸਿਸਟਮ ਚੇਂਜ करना तो हिकअप्स तो आउंगियां। पहली गल, बच्चे हैं, गलती हो जाती है, हार डाल के स्टेज पे बिठाते हैं, बीजेपी करती, असि नहीं करते। पहली गल। दूजी गल, असि सिस्टमिक चेंज करना है, सिस्टमिक चेंज ਲਈ ਆਦਤਾਂ ਬਦਲਣੀਆਂ ਪੈਣੀਆਂ। 5-6 ਹਜ਼ਾਰ ਕਰੋੜ ਦੇ ਮੰਤਰੀ ਨਹੀਂ ਹੋਣਗੇ। ਬਾਬ ਜੀ ਦੇਖੋ ਇੱਥੇ ਇਹ ਵੀ ਗੱਲ ਹੋ ਰਹੀ ਹੈ, ਤੁਸੀਂ ਖੁਦ ਜ਼ਿਕਰ ਕੀਤਾ, ਕਹਿੰਦੇ 1% ਲੋਕ ਨੇ ਜਾਂ 1% ਮੁਲਾਜ਼ਮ ਨੇ ਜਿਨ੍ਹਾਂ ਦੇ ਨਾਲ ਦਿੱਕਤ ਹੈ। ਗੱਲ ਇਹ ਹੈ ਕਿ 1% ਨੂੰ ਹੀ ਬਦਲਣ ਦੀ ਲੋੜ ਹੈ ਨਾ, ਫਿਰ ਤਾਂ 99% ਨੂੰ ਤਾਂ ਨਹੀਂ। ਇਹੀ ਤਾਂ ਗੱਲ ਹੈ ਕਿ ਜਦ ਇੱਕ ਮਿੰਟ ਰੁਕੋ ਕੋਟਲੀ ਜੀ, ਸ਼ਾਂਤ ਕੋਟਲੀ ਜੀ, ਸ਼ਾਂਤ ਕੋਟਲੀ ਜੀ, ਸ਼ਾਂਤ। ਉਹ ਮੁਲਾਜ਼ਮਾਂ ਦੇ ਰਖਵਾਲੇ ਸ਼ਾਂਤ, ਮੈਨੂੰ ਪਤਾ, ਸ਼ਾਂਤ ਆਓ, ਸ਼ਾਂਤ ਜੋ ਇੱਕ ਇੱਕ ਕਰਕੇ ਰੱਖ ਲਓ ਸਟੇਟਮੈਂਟ। ਜੀ ਸਮਾਂ ਨਾ ਖਰਾਬ ਹੋਵੇ, ਛੋਟਾ ਰੱਖਿਓ ਸਰ ਪਲੀਜ਼। ਮੈਂ ਗੱਲ ਕਹਿ ਰਿਹਾ ਗੌਰਵ ਜੀ, ਇੱਕ ਗੰਦਾ ਅੰਡਾ, ਵਨ ਰੋਟਨ ਐਪਲ ਸਭ ਨੂੰ ਖਰਾਬ ਕਰਦਾ। 90-95% ਪਟਵਾਰੀ ਕਾਨੂੰਗੋ ਭਰਾ ਇਮਾਨਦਾਰ ਨੇ, ਤੁਹਾਡੇ ਲਈ ਖੜੇ ਆ ਭਰਾਓ, ਤੁਹਾਡੇ ਲਈ ਸਪੋਰਟ ਕਰਾਂਗੇ, ਤੁਹਾਡੇ ਸਰਕਲ ਘਟਾਵਾਂਗੇ, ਤੁਹਾਨੂੰ ਸਪੋਰਟ ਕਰਾ ਦੇਵਾਂਗੇ। ठीक है, चलो छोटा कोटली जी कुछ कहना चाह रहे ने। मैं कोटली जी एक शांत जी थोड़ी गल आ गई, अहबाब जी थोड़ी गल आ गई, पिछे समय बहुत घट है, प्लीज थोड़ा जिहा वेट करियो एक बारी जी, थोड़ा जिहा वेट करियो। कोटली जी कुछ कहना चाह रहे हैं। कोटली जी देखो स्टेटमेंट बदल दी, कांग्रेस जिंदाबाद, 5000 करोड़ ਦੇ ਮੰਤਰੀ, 6000 ਕਰੋੜ ਦਾ ਥੋੜਾ ਖੜਿਆਲ ਤੇ ਹੀ ਬੋਲਦਾ, ਮੈਂ ਵੀ ਬੋਲੂੰ, ਆਜੋ। ਠੀਕ ਹੈ, ਤੁਸੀਂ ਦੋਵੇਂ ਸਕਾਈਪ ਦੇ ਜ਼ਰੀਏ ਜੁੜੇ ਹੋ, ਇਸ ਕਰਕੇ ਆਵਾਜ਼ ਨਹੀਂ ਪਹੁੰਚੇਗੀ ਲੋਕਾਂ ਤੱਕ ਕਲੀਅਰ। ਇੱਕ ਇੱਕ ਕਰਕੇ ਬੋਲਦੇ ਰਹੋ। ਕੋਟਲੀ ਜੀ ਆਪਣੀ ਗੱਲ ਰੱਖ ਲਓ। ਚੰਗਾ ਲੱਗਿਆ ਹੁਣ ਚੰਗਾ ਲੱਗਿਆ ਕੋਟਲੀ ਜੀ, ਜਦੋਂ ਮੈਂ ਟੁੱਕਿਆ ਚੰਗਾ ਲੱਗਿਆ, ਮੇਰੇ ਵਿੱਚ ਨਹੀਂ ਬੋਲਣਾ ਸੀ। 6000 ਕਰੋੜ ਦੇ ਤੁਸੀਂ ਬਹੁਤ ਸੀਨੀਅਰ ਸਰ ਦੋਵੇਂ ਨਾ, ਬਹੁਤ ਤਜਰਬੇਕਾਰ ਹੋ, ਇਹਨਾਂ ਚੀਜ਼ਾਂ ਨੂੰ ਸਮਝਦੇ ਹੋ, ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਨਾ ਪਹਿਲਾਂ ਬੋਲਣ ਤੋਂ। ਜੀ ਕੋਟਲੀ ਗੌਰਵ ਜੀ ਹੁਣ ਕਹਿਣ ਲੱਗੇ ਕਿ 90-95% ਪਟਵਾਰੀ ਇਮਾਨਦਾਰ ਨੇ। ਸ਼ੁਰੂ ਦੇ ਅੰਦਰ ਕਹਿੰਦੇ ਹਰ ਥਾਂ ਕਰਪਸ਼ਨ ਹੋ ਰਹੀ ਹੈ, ਪਟਵਾਰ ਖਾਨਿਆਂ 'ਚ ਹੋ ਰਹੀ ਹੈ, ਤਹਿਸੀਲਾਂ 'ਚ ਕਰਪਸ਼ਨ ਹੋ ਰਹੀ ਹੈ। ਜਦੋਂ ਅੰਦੋਲਨਕਾਰੀ ਦਾ ਪ੍ਰਭਾਵ ਵਧਿਆ, ਜਦੋਂ ਸਾਰੇ ਮੁਲਾਜ਼ਮ ਜਿਹੜੇ ਉੱਠ ਖੜੋਤੇ ਹੋਏ ਸਰਕਾਰ ਦੇ ਖਿਲਾਫ, ਸਰਕਾਰ ਦੇ ਫੈਸਲਿਆਂ ਦੇ ਖਿਲਾਫ,
ਤਾਂ ਅੱਜ ਤੁਸੀਂ ਆ ਕੇ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਹੋ, ਮਗਰਮੱਛ ਦੇ ਮੈਂ ਤਾਂ ਨਹੀਂ ਝਾੜੀ ਮੈਂ ਤਾਂ ਪਹਿਲਾਂ ਹੀ ਠੀਕ ਹੈ ਸਰ, ਪੋਲੀਟੀਕਲ ਤੌਰ ਤੇ ਬਿਆਨਬਾਜ਼ੀ ਹੋ ਰਹੀ ਹੈ। ਮੈਨੂੰ ਇੱਕ ਵਾਰੀ ਰੁਕ ਕਰ ਲੈਣ ਦਿਓ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਹੋਣਗੇ। ਸਾਡੇ ਨਾਲ ਮੋਹਨ ਸਿੰਘ ਜੀ ਜੁੜੇ ਹੋਏ ਨੇ ਲਗਾਤਾਰ। ਮੋਹਨ ਸਿੰਘ ਜੀ ਦੇਖੋ ਸਰ, ਇੱਕ ਚੀਜ਼, ਚਲੋ ਮੋਹਨ ਸਿੰਘ ਜੀ ਤੱਕ ਆਵਾਜ਼ ਨਹੀਂ ਸ਼ਾਇਦ ਪਹੁੰਚ ਰਹੀ, ਮੈਂ ਉਹਨਾਂ ਦਾ ਰੁਕ ਕਰਾਂਗਾ, ਪਰ ਉਸ ਤੋਂ ਪਹਿਲਾਂ ਇੱਕ ਵਾਰੀ ਰਜਿੰਦਰ ਦੀਪਾ ਜੀ ਦਾ ਰੁਕ ਕਰ ਲੈਣਾ। ਦੀਪਾ ਜੀ ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਹੋ? ਤੇ ਇਸ ਵਿਚਲੇ ਸਰਕਾਰ ਦਾ ਤਰਕ ਇਹ ਵੀ ਹੈ ਕਿ ਜੇਕਰ ਸਖਤੀ ਕੀਤੀ ਜਾ ਰਹੀ ਹੈ ਜਾਂ ਫਿਰ ਜੇਕਰ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਹੋ ਰਿਹਾ ਤਾਂ ਫਿਰ ਦਿੱਕਤ ਕੀ ਹੈ? ਮੰਤਰੀਆਂ ਦਾ ਬਹੁਤ ਜ਼ਿਕਰ ਕਰ ਰਹੇ ਹੈ ਹਬਾਬ ਗਰੇਵਾਲ ਜੀ। ਦੇਖੋ, ਜਿੰਨੀ ਇਹ ਸਰਕਾਰ ਭ੍ਰਿਸ਼ਟਾਚਾਰ ਦੇ ਨਾਅਰੇ ਤੇ ਚੰਗੇ ਸਿਸਟਮ ਬਦਲਾ ਤੇ ਆਈ ਸੀ, ਇਹ ਲੋਕ ਹੁਣ ਵੇਖ ਰਹੇ ਆ। ਹੁਣ ਇਹ ਗੱਲਾਂ ਕਰਨ ਤਾਂ ਬਹੁਤਾ ਨਹੀਂ, ਠੀਕ ਹੈ, ਪਟਵਾਰੀ ਹੈ, ਕੋਈ ਹੋਰ ਅਫਸਰ ਹੈ, ਐਕਸ਼ਨ ਲਓ। ਤੇ ਜਿਹੜੇ IAS ਅਫਸਰ ਨਾਲ ਤੁਸੀਂ ਅੰਦਰ ਗਿਟਮਿਟ ਕਰ ਲਈ, ਜਿਹੜੇ PSI EC ਦੀ ਉਹ ਮੈਡਮ, ਮੈਂ ਨਾਂ ਨਹੀਂ ਜਾਣਦਾ ਕੀ ਹੈ, ਉਹਨਾਂ ਦੇ ਤੁਸੀਂ FIR ਵੀ ਦਰਜ ਕਰ ਲਈ, ਅਜੇ ਤੱਕ ਐਕਸ਼ਨ ਨਹੀਂ ਲਿਆ। ਤੇ ਛੋਟੇ ਮੁਲਾਜ਼ਮ ਨੂੰ ਤਕਲੀਫ ਤਾਂ ਹੋਊਗੀ। ਅਸੀਂ ਕਰਪਸ਼ਨ ਦੇ ਖਿਲਾਫ ਹਾਂ, ਬਿਲਕੁਲ। ਸਰਕਾਰ ਨੂੰ, ਕੋਈ ਵੀ ਸਰਕਾਰ ਹੋਵੇ, ਕਰਪਸ਼ਨ ਦੇ ਖਿਲਾਫ ਉਹਨੂੰ ਐਕਸ਼ਨ ਲੈਣਾ ਚਾਹੀਦਾ ਹੈ। ਪਰ ਜੇ ਤੁਸੀਂ ਵਿਤਕਰਾ ਕਰੋਗੇ, ਤੁਹਾਡੇ ਮੰਤਰੀ ਅੱਜ ਵਿਜੇ ਇੰਦਰ ਸਿੰਗਲਾ ਜਿਹੜੇ ਤੁਹਾਡੇ ਮਾਨਸਾ ਵਾਲੇ MLA ਹੈ, ਤੁਸੀਂ ਮੰਤਰੀ ਸੀਗੇ, ਆਪ FIR ਕਰਵਾਈ, ਆਪ ਉਹਨਾਂ ਨੂੰ ਅੰਦਰ ਕਰਾਇਆ। ਅੱਜ ਤੁਹਾਡੇ ਨਾਲ ਬਰਾਬਰ ਬਹਿ ਕੇ ਕੰਮ ਕਰ ਰਹੇ ਹੈ ਕਿ ਨਹੀਂ ਕਰ ਰਹੇ? ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਰਪਸ਼ਨ ਕਿਸੇ ਹੋਰ ਵਾਸਤੇ ਹੋਰ ਹੈ, ਆਪਦੇ ਵਾਸਤੇ ਕੁਝ ਹੋਰ ਹੈ। ਬਿਲਕੁਲ, ਜੇ ਕੋਈ ਹੋਵੇ ਕਿ ਨਾ ਹੋਵੇ ਸਰ, ਤੁਸੀਂ ਇਹ ਕਲੀਅਰ ਕਰੋ। ਅਕਾਲੀ ਦਲ ਕੀ ਕਹਿੰਦਾ ਐਕਸ਼ਨ ਹੋਵੇ ਕਿ ਨਾ ਹੋਵੇ? ਦੇਖੋ, ਇੱਕ ਫੈਕਟ ਹੈ ਸਰ, ਮੈਨੂੰ ਕਹਿਣ ਦੇ ਵਿੱਚ ਇੱਥੇ ਕੋਈ ਗੁਰੇਜ਼ ਨਹੀਂ ਹੈ। ਦੀਪਾ ਜੀ ਤੁਸੀਂ ਵੀ ਸੁਣ ਰਹੇ ਹੋ, ਮੋਹਨ ਸਿੰਘ ਜੀ ਵੀ ਸੁਣ ਰਹੇ ਨੇ, ਬਾਕੀ ਮਹਿਮਾਨ ਵੀ ਸੁਣ ਰਹੇ ਨੇ, ਦਰਸ਼ਕ ਵੀ ਸੁਣ ਰਹੇ ਨੇ। ਦਰਸ਼ਕ ਇਹ ਬਖੂਬੀ ਜਾਣਦੇ ਹੋਣਗੇ ਕਿ ਜਦੋਂ ਪਟਵਾਰਖਾਨੇ ਜਾਈਦਾ ਏ ਤਾਂ ਬਹੁਤ ਸਾਰੇ ਲੋਕਾਂ ਦੀ ਇਹ ਕੰਪਲੇਂਟ ਹੁੰਦੀ ਹੈ ਕਿ ਉੱਥੇ ਕੰਮ ਨਹੀਂ ਹੁੰਦਾ, ਉੱਥੇ ਕੋਈ ਗੱਲ ਦੇ ਨਾਲ ਹੀ ਕੰਮ ਹੁੰਦਾ ਹੈ। ਕਿਹੜੀ ਗੱਲ ਹੈ ਉਹ ਸਾਰੇ ਸਮਝਦੇ ਨੇ। ਬਿਲਕੁਲ ਸਿਸਟਮ, ਬਿਲਕੁਲ ਐਕਸ਼ਨ ਹੋਵੇ ਕਿ ਨਾ ਹੋਵੇ, ਜਾ ਕੇ ਜੇ ਪਟਵਾਰਖਾਨੇ ਤੁਸੀਂ ਇੰਤਕਾਲ ਕਰਵਾਉਣਾ ਆਪਣੀ ਰਜਿਸਟਰੀ ਦਾ ਤੇ ਤੁਹਾਡੇ 15 ਚੱਕਰ ਲੱਗ ਜਾਣ ਤਾਂ ਫਿਰ ਉਸ ਦਾ ਮਤਲਬ ਕੀ ਹੈ? ਕਿ ਜੇਕਰ ਤੁਹਾਡਾ ਰਸੂਖ ਕੋਈ ਨਹੀਂ ਹੈ, ਤੁਹਾਡਾ ਕੋਈ ਨਾਮ ਤੁਹਾਡੇ ਨਾਲ ਨਹੀਂ ਹੈ, ਤਾਂ ਫਿਰ ਉੱਥੇ 20 ਚੱਕਰਾਂ ਬਾਅਦ ਕੰਮ ਹੋਵੇ। ਲੋਕਾਂ ਦੀ ਕੰਪਲੇਂਟ ਹੈ, ਮੇਰੇ ਤੱਕ ਵੀ ਮੈਸੇਜ ਆਉਂਦੇ ਨੇ, ਤੁਹਾਡੇ ਤੱਕ ਵੀ ਪਹੁੰਚਦੇ ਹੋਣਗੇ, ਤਾਂ ਕਿ ਉਹਨਾਂ ਲੋਕਾਂ ਦੇ ਉੱਪਰ ਐਕਸ਼ਨ ਹੋਵੇ ਕਿ ਨਾ ਹੋਵੇ। ਬਿਲਕੁਲ ਸਿਸਟਮ 'ਚ ਕਰਪਸ਼ਨ ਹੈ, ਗੋਡੇ ਗੋਡੇ ਕਰਪਸ਼ਨ ਹੈ। ਅਸੀਂ ਰਾਜਨੀਤਿਕ ਲੋਕਾਂ ਤੋਂ ਲੈ ਕੇ ਪਟਵਾਰੀ ਜਿਹੜੀ ਲਾਸਟ ਪੋਸਟ ਹੈ ਉੱਥੋਂ ਤੱਕ ਕਰਪਸ਼ਨ ਹੈ। ਲੋਕਾਂ ਨੂੰ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਬਿਲਕੁਲ ਉਹਨਾਂ ਨੂੰ ਚੱਕਰ ਵੀ ਲਾਣੇ ਪੈਂਦੇ ਆ, ਪੈਸੇ ਵੀ ਦੇਣੇ ਪੈਂਦੇ ਆ, ਪਰ ਅਸੀਂ ਜ਼ਿੰਮੇਵਾਰ ਆ ਜਿਹੜੇ ਵੱਡੀਆਂ ਪੋਸਟਾਂ ਤੇ ਬੈਠੇ ਆ। ਜੇ ਅਸੀਂ ਮੰਤਰੀ ਆ, ਜਿਹੜੇ ਅਸੀਂ ਵੱਡੇ ਲੀਡਰ ਆ, ਭਾਵੇਂ ਕਿਸੇ ਪਾਰਟੀ ਦੇ ਹੋਣ, ਪਹਿਲਾਂ ਅਸੀਂ ਆਪਦੇ ਆਪ ਨੂੰ ਠੀਕ ਕਰਾਂਗੇ। ਅਸੀਂ ਆਪਦੇ ਆਪ ਨੂੰ ਅੱਜ ਠੀਕ ਕਰ ਲਈਏ 100%, 50% ਕਰਪਸ਼ਨ। ਤੁਹਾਡਾ ਪੁਆਇੰਟ ਵੈਲਿਡ ਹੈ, ਗੱਲ ਤੁਹਾਡੀ ਬਹੁਤ ਕਲੀਅਰ ਹੈ। ਦੇਖੋ, ਮੈਂ ਪਟਵਾਰੀਆਂ ਦੇ ਖਿਲਾਫ ਕੋਈ ਨਹੀਂ ਹੈ, ਪਰ ਜਿਹੜਾ ਜ਼ਿਕਰ ਹੋਇਆ ਕਿ ਜੇ ਪਟਵਾਰੀਆਂ ਤੱਕ ਸਹੂਲਤਾਂ ਨਹੀਂ ਪੂਰੀਆਂ ਪਹੁੰਚ ਰਹੀਆਂ, ਹੁਣ ਇੱਕ ਪਟਵਾਰੀ ਨੂੰ 5-7-10 ਹਜ਼ਾਰ ਰੁਪਏ ਸੈਲਰੀ ਦੇ ਰਹੇ ਹੋ, ਚਾਰਜ ਦੇ ਤਾਂ 15 ਪਿੰਡਾਂ ਦਾ, ਕਿ ਉਹ ਇੱਕ ਆਪਣੇ ਪਿੰਡ ਤੋਂ ਦੂਜੇ ਪਿੰਡ ਘੁੰਮਦਾ ਰਹੇ, ਉਸਨੂੰ ਪਤਾ ਨਾ ਲੱਗੇ ਕਿ ਕਿਵੇਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੈ, ਫਿਰ ਉਹ ਕਰੇਗਾ ਕੀ? ਕਿ ਉਹਦੇ ਕੋਲ ਕੋਈ ਹੋਰ ਆਪਸ਼ਨ ਹੈ ਨਹੀਂ ਹੈ। ਪਰ ਕਰਪਸ਼ਨ ਤਾਂ ਫਿਰ ਵੀ ਨਹੀਂ ਹੋ ਸਕਦਾ। ਗੌਰਵ ਜੀ, ਜਿਹੜੀਆਂ 3000 ਪੋਸਟਾਂ ਦਾ ਇਹ ਸਰਕਾਰ ਪੈਸੇ ਬਚਾ ਰਹੀ ਹੈ, ਕਰਪਸ਼ਨ ਨਹੀਂ ਕਰ ਰਹੇ। 450 ਕਰੋੜ ਰੁਪਈਆ ਤੁਸੀਂ ਬਚਾ ਰਹੇ ਹੋ, ਜਿਹੜਾ ਉਹਨਾਂ ਤੇ ਵਾਧੂ। ਠੀਕ ਹੈ ਸਰ, ਮੈਂ ਕੋ ਸਮਾਂ ਬਹੁਤ ਘੱਟ ਹੈ, ਪਿੱਛੇ ਮੈਂ ਸਭ ਦਾ ਇੱਕ ਰਿਐਕਸ਼ਨ ਜ਼ਰੂਰ ਲੈਣਾ। ਮੈਂ ਮੋਹਨ ਸਿੰਘ ਦਾ ਰੁਕ ਕਰਦਾ। ਮੋਹਨ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਸਰ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ, ਉਮੀਦ ਹੈ। ਦੇਖੋ, ਤੁਸੀਂ ਇੱਕ ਤਰੀਕੇ ਨਾਲ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਪਟਵਾਰੀਆਂ ਦੀ। ਮੇਰੀਆਂ ਗੱਲਾਂ ਵੀ ਤੁਹਾਡੇ ਤੱਕ ਪਹੁੰਚੀਆਂ ਹੋਣਗੀਆਂ ਕਿ ਲੋਕ ਖਾਸ ਤੌਰ ਤੇ ਪਟਵਾਰਖਾਨੇ ਨੂੰ ਲੈ ਕੇ, ਤਹਿਸੀਲ ਆਫਿਸ ਨੂੰ ਲੈ ਕੇ, ਇਹ ਵੱਖ-ਵੱਖ ਡਿਪਾਰਟਮੈਂਟ ਨੇ, ਕਚਹਿਰੀਆਂ ਨੂੰ ਲੈ ਕੇ ਬਹੁਤ ਕਈ ਵਾਰ ਦਿੱਕਤ ਦੇ ਵਿੱਚ ਮਹਿਸੂਸ ਕਰਦੇ ਨੇ ਕਿ ਸਾਡਾ ਕੰਮ ਨਹੀਂ ਜੇ ਹੁੰਦਾ ਬਿਨਾਂ ਪੈਸਿਆਂ ਤੋਂ, ਬਿਨਾਂ ਰਿਸ਼ਵਤ ਤੋਂ। ਖੈਰ, ਉਹ ਬਹੁਤ ਕਲੀਅਰ ਗੱਲ ਹੈ ਕਿ ਆਪਾਂ ਸਾਰਿਆਂ ਨੂੰ ਕਸੂਰਵਾਰ ਨਹੀਂ ਕਹਿ ਸਕਦੇ, ਪਰ ਕੁਝ ਲੋਕ ਤਾਂ ਹੈਗੇ ਨੇ ਜਿਹੜੇ ਰਿਸ਼ਵਤ ਲੈਂਦੇ ਨੇ ਜਾਂ ਫਿਰ ਜਿਨ੍ਹਾਂ ਦੇ ਟੇਬਲ ਤੋਂ ਫਾਈਲ ਅੱਗੇ ਵੱਧਦੀ ਨਹੀਂ ਬਿਨਾਂ ਭਾਰ ਤੋਂ। ਮੋਹਨ ਸਿੰਘ ਜੀ, ਕਿ ਤੁਸੀਂ ਬਾਕੀ ਸਰਕਾਰਾਂ ਨੂੰ ਕਲੀਨ ਚਿਟ ਦੇ ਰਹੇ ਹੋ ਜਾਂ ਸਮਝਾਓ ਲੋਕਾਂ ਨੂੰ? ਜੇ ਤੁਸੀਂ ਕਹਿ ਰਹੇ ਹੋ ਕਿ ਪਟਵਾਰੀਆਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆਇਆ, ਤਾਂ ਕਿ ਇਹ ਪ੍ਰੈਸ਼ਰ ਪਿਛਲੇ 1 ਸਾਲ 'ਚ, 2 ਸਾਲ 'ਚ, 5 ਸਾਲ 'ਚ, 10 ਸਾਲ 'ਚ, 15 ਸਾਲ 'ਚ ਕਿਵੇਂ ਆਇਆ ਪ੍ਰੈਸ਼ਰ? ਮੋਹਨ ਸਿੰਘ ਗੌਰਵ ਜੀ, ਮੈਂ ਸਾਰੀਆਂ ਸਰਕਾਰਾਂ ਨੂੰ ਮੈਂ ਤਾਂ ਦੋਸ਼ ਦੇਵਾਂਗਾ, ਕਿਉਂਕਿ ਸਰਦਾਰ ਬੇਅੰਤ ਸਿੰਘ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਜਦੋਂ 1980 ਚ ਮਾਲ ਮੰਤਰੀ ਸੀਗੇ ਜੀ, ਉਹਨਾਂ ਨੇ 4716 ਪਟਵਾਰ ਸਰਕਲ ਪਹਿਲੀ ਵਾਰ ਫਿਲਅਪ ਕੀਤੇ। ਉਸ ਤੋਂ ਬਾਅਦ ਜਿਹੜੀ ਭਰਤੀ ਹੁੰਦੀ ਹੈ ਉਹ ਹੁੰਦੀ ਹੈ ਜਾ ਕੇ 1990 ਚ। 1990 ਤੋਂ ਬਾਅਦ ਭਰਤੀ ਹੀ ਬੰਦ ਕਰਤੀ ਸਾਰੀਆਂ ਸਰਕਾਰਾਂ ਨੇ। ਸਾਨੂੰ ਜਿੰਨੀਆਂ ਭਰਤੀਆਂ ਹੋਈਆਂ ਨੇ ਹੁਣ ਤੱਕ, ਉਹ ਸਾਰੀਆਂ ਸਾਨੂੰ ਪ੍ਰੈਸ਼ਰ ਨਾਲ ਹੀ ਕਰਾਉਣੀਆਂ ਪਈਆਂ ਨੇ, ਸਾਨੂੰ ਸਟ੍ਰਾਈਕ ਕਰਕੇ ਕਰਾਉਣੇ ਪਏ ਨੇ।
ਭਰਤੀ ਕਰਾਉਣਾ ਕੋਈ ਪਟਵਾਰੀ ਦੀ ਜ਼ਿੰਮੇਵਾਰੀ ਹੈ? ਜਿਹੜੇ ਭਾਈ ਉੱਥੇ ਤੁਹਾਡੇ ਅਫਸਰ ਬੈਠੇ ਨੇ, ਕਲੈਕਟਰ ਬੈਠੇ ਨੇ, ਕਿਸੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਹੁਣ ਵੀ ਅਸੀਂ ਜੇ 710 ਭਰਤੀ ਕਰਨ ਜਾ ਰਹੀ ਹੈ ਇਹ ਸਰਕਾਰ, ਉਹ ਵੀ ਸਾਨੂੰ ਧਰਨੇ ਲਾ ਕੇ ਕਰਾਉਣੀ ਪਈ। ਜੇ 1090 ਪਹਿਲਾਂ ਕਾਂਗਰਸ ਸਰਕਾਰ ਚ ਕਰਾਈ, ਉਹ ਵੀ ਸਾਨੂੰ ਪ੍ਰੈਸ਼ਰ ਨਾਲ ਕਰਾਉਣੀ ਪਈ। ਬਾਕੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਥੋਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਤੁਹਾਨੂੰ ਕੋਈ ਦਿਮਾਗ 'ਚ ਇਹ ਗੱਲ ਭਰ ਰਿਹਾ ਪ੍ਰਤਾਪ ਸਿੰਘ ਕੈਰੋਂ ਵਾਲੀ, ਪਹਿਲਾਂ ਤਾਂ ਮੈਂ ਉਹ ਕਲੀਅਰ ਕਰਦਾ ਅੱਜ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ 'ਚ ਵੀ ਸਾਡੇ ਨਾਲ ਧੱਕਾ ਹੋਇਆ ਸੀ। ਕੀ ਧੱਕਾ ਹੋਇਆ ਸੀ? ਸਾਰਿਆਂ ਨੂੰ ਪੈਨਸ਼ਨਾਂ ਲਾਤੀਆਂ, ਇਕੱਲੇ ਪਟਵਾਰੀ ਛੱਡਤੇ, ਕਿਉਂ ਵੀ ਅਸੀਂ ਮਤਰੇਈ ਮਾਂ ਦੇ ਪੁੱਤ ਸੀ। ਫਿਰ ਸਾਨੂੰ ਪ੍ਰਤਾਪ ਸਿੰਘ ਕੈਰੋਂ ਦਾ ਘਰ ਘੇਰਨਾ ਪਿਆ ਕੈਰੋਂ ਪਿੰਡ ਜਾ ਕੇ। ਸਾਡਾ ਧੁਰਿੰਦਰ ਸਿੰਘ ਚੌਹਾਨ ਆਗਰੇ ਤੋਂ 135 ਕਿਲੋਮੀਟਰ ਮਟਰੋਲ ਪਿੰਡ ਪੈਂਦਾ ਉਹਨਾਂ ਦਾ, ਉਹਨਾਂ ਨੇ ਜਾ ਕੇ ਕੈਰੋਂ ਪਿੰਡ ਘੇਰਿਆ। ਔਰ ਕੈਰੋਂ ਦੀ ਮਾਂ ਨੇ ਸਾਨੂੰ ਉਸ ਟਾਈਮ 500 ਰੁਪਏ ਦੀ ਥੈਲੀ ਦਿੱਤੀ ਔਰ ਅਸੀਂ ਜਾ ਕੇ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕੀਤੀ ਵੀ ਤੇਰਾ ਮੁੱਖ ਮੰਤਰੀ ਸਾਡੇ ਬੱਚਿਆਂ ਦੇ ਗਲ ਘੋਟ ਰਿਹਾ, ਜਿਵੇਂ ਕਿ ਸਾਡਾ ਅੱਜ ਮੁੱਖ ਮੰਤਰੀ ਘੋਟ ਰਿਹਾ। ਤਾਂ ਪ੍ਰਧਾਨ ਮੰਤਰੀ ਨੇ ਫਾਲਣ ਕਰਿਆ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਤੇਰੀ ਪਟਵਾਰੀ ਸ਼ਿਕਾਇਤ ਕਰਕੇ ਗਏ ਨੇ। ਤਾਂ ਪ੍ਰਤਾਪ ਸਿੰਘ ਕੈਰੋਂ ਲਾਲ ਪੀਲਾ ਹੋ ਕੇ ਚੀਫ ਸੈਕਟਰੀ ਨੂੰ ਲੈ ਕੇ ਮਟਰੌਲ ਪਿੰਡ ਜੋ ਅੱਜ ਪਲਵਲ ਚ ਪੈਂਦਾ, ਸੁਣ ਲਓ ਗੌਰਵ ਜੀ ਮੇਰੀ ਗੱਲ, ਜਿਹੜਾ ਸਾਨੂੰ ਦਬਕਾ ਪ੍ਰਤਾਪ ਸਿੰਘ ਕੈਰੋਂ ਵਾਲਾ ਦਾ, ਮੈਂ ਕਲੀਅਰ ਲੱਗਿਆ ਕਰਨ, ਸਾਸੀ 1 ਸਾਲ ਜੇਲ੍ਹ ਕੱਟੀ। ਜੀ ਜੀ ਲੱਗ ਰਿਹਾ ਥੋੜੇ ਮੈਨੂੰ ਲੱਗ ਰਿਹਾ ਕਿ ਦੁਬਾਰਾ ਨੈਟਵਰਕ ਦਾ ਇਸ਼ੂ ਆਇਆ। ਸਮਾਂ ਬਹੁਤ ਘੱਟ ਹੈ। ਨਰਿੰਦਰ ਜੀ ਦਾ ਇੱਕ ਵਾਰ ਮੈਂ ਰੁਕ ਕਰਦਾ। ਨਰਿੰਦਰ ਜੀ ਕੁਝ ਕਹਿਣਾ ਵੀ ਚਾਹ ਰਹੇ ਨੇ। ਨਰਿੰਦਰ ਜੀ। ਗੌਰਵ ਜੀ, ਇੱਕ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਜੀ ਕਿ ਇਹ ਇੱਕ ਹਰ ਬੰਦੇ ਦਾ ਵਹਿਮ ਹੈ ਕਿ ਕਰਪਸ਼ਨ ਸਿਰਫ ਤਹਿਸੀਲਾਂ 'ਚ ਹੁੰਦੀ ਹੈ, ਪਟਵਾਰੀਆਂ ਕੋਲੇ ਹੁੰਦੀ ਹੈ, ਕਾਨੂੰਗੋਆਂ ਕੋਲੇ ਹੁੰਦੀ ਹੈ ਜਾਂ ਤਹਿਸੀਲਦਾਰੀ ਕਰਦੇ। ਸਾਰੇ ਮਹਿਕਮੇ ਆ, ਸਾਰੇ ਆਪੋ ਆਪਣੀ ਅੰਦਰ ਝਾਤੀ ਮਾਰਨ। ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕਰਪਸ਼ਨ ਜਿਹੜੀ ਆ ਮਹਿਕਮੇ 'ਚ ਚੱਲਦੀ ਆ। ਦੂਸਰੀ ਗੱਲ ਇਹ ਹੈ ਕਿ ਮੈਂ ਮਾਨਯੋਗ CM ਜੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹ ਰੈਵਨਿਊ ਡਿਪਾਰਟਮੈਂਟ ਆ, ਇਹ ਸਾਡਾ ਪੰਜਾਬ ਗੌਰਮੈਂਟ ਦਾ, ਇਹ ਤੁਹਾਡਾ, ਇਹ ਕਮਾਊ ਪੁੱਤ ਆ। ਇਹਨਾਂ ਨੂੰ ਆਪਣੇ ਸੀਨੇ ਨਾਲ ਲਾਓ, ਇਹਨਾਂ ਨੂੰ ਬੁਲਾਓ, ਇਹਨਾਂ ਨੂੰ ਪੁੱਛੋ। ਉਹ ਯਾਰ ਇੱਕ ਵਾਰੀ ਪੁੱਛੋ ਤਾਂ ਸਹੀ ਕਿ ਤੁਹਾਡੀ ਪ੍ਰੋਬਲਮ ਕੀ ਹੈ। ਆਪਾਂ ਚੱਕ ਕੇ ਠੋਕ ਦੇਣਾ ਅੰਦਰ, ਆਪਾਂ ਸਸਪੈਂਡ ਕਰ ਦੇਣਾ, ਇਹ ਦਿਸ ਇਜ਼ ਨਾਟ ਵੇ। ਇਹ ਕੋਈ ਤਰੀਕਾ ਨਹੀਂਗਾ। ਇੱਕ ਵਾਰੀ ਉਹਨਾਂ ਨੂੰ ਬੁਲਾਉਣ, ਸਾਡੇ ਤਹਿਸੀਲਦਾਰਾਂ ਨੂੰ ਬੁਲਾਉਣ। ਦਿਨ ਰਾਤ ਜਿਹੜੇ ਹੜ੍ਹਾਂ ਦੇ ਵਿੱਚ ਤੁਰੇ ਫਿਰਦੇ ਆ, ਬੰਨਾਂ ਤੇ ਬੈਠੇ ਰਹਿੰਦੇ ਹੈਗੇ ਆ, ਪਟਵਾਰੀ ਜਿਹੜੇ ਬਸਤੇ ਚੱਕ ਕੇ ਤੁਰੇ ਫਿਰਦੇ ਹੈਗੇ ਆ, ਉਹ ਨਹੀਂ ਕਿਸੇ ਦੇ ਮਾਂ ਦੇ ਪੁੱਤ। ਉਹਨਾਂ ਦੀ ਵੀ ਤਾਂ ਖਬਰ ਲਵੋ, ਉਹਨਾਂ ਨੂੰ ਵੀ ਪੁੱਛੋ। ਇੱਕ ਵਾਰੀ ਪੁੱਛ ਕੇ ਤਾਂ ਦੇਖੋ। ਇੱਕ ਤਹਿਸੀਲਦਾਰ ਕੋਲੇ, ਇੱਕ ਪਟਵਾਰੀ ਕੋਲੇ ਕੱਲਾ ਰੈਵਨਿਊ ਦਾ ਕੰਮ ਨਹੀਂ, ਹਜ਼ਾਰਾਂ ਹੋਰ ਕੰਮ ਹੈ। ਹਜ਼ਾਰਾਂ ਹੋਰ ਜਿਹੜੇ ਕੰਮ ਹੈਗੇ ਆ ਉਹ ਤੁਸੀਂ ਛਡਾ ਦਿਓ ਤੇ ਕੱਲਾ ਰੈਵਨਿਊ ਦਾ ਰਹਿਣ ਦਿਓ। ਮੈਂ ਦਾਅਵੇ ਨਾਲ ਕਹਿ ਦਿੰਦਾ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਵੀ ਕੋਈ ਇਲਜ਼ਾਮ ਹੀ ਨਹੀਂ ਲਾਊਗਾ ਜਦੋਂ ਕੰਮ ਹੀ ਨਹੀਂ ਹੋਰ ਕੋਈ ਹੋਊਗਾ। ਕੰਮ ਤਾਂ ਸਾਰੀ ਦੁਨੀਆ ਦੇ ਪਟਵਾਰੀ ਦੇ ਕੋਲੇ, ਕੰਮ ਤਾਂ ਸਾਰੀ ਦੁਨੀਆ ਦੇ ਕਾਨੂੰਗੋ ਕੋਲੇ, ਕੰਮ ਤਾਂ ਸਾਰੀ ਦੁਨੀਆ ਦੇ ਤਹਿਸੀਲਦਾਰਾਂ ਕੋਲੇ। ਉਹ ਵਿਚਾਰਾ ਜਾਵੇ ਤੇ ਜਾਵੇ ਕਿੱਥੋਂ? ਉਹ ਤਹਿਸੀਲਦਾਰਾਂ ਤੇ, ਉਹ ਪਟਵਾਰੀਆਂ ਤੇ, ਕਾਨੂੰਗੋਆਂ ਤੇ ਮਿਹਰਬਾਨੀ ਨਿਗਾਹ ਰੱਖੋ। ਮੈਂ ਜਵਾਬ ਜ਼ਰੂਰ ਲੈਣਾ। ਬਹੁਤ ਕੁਝ ਅਹਿਬਾਬ ਗਰੇਵਾਲ ਜੀ 2 ਪੁਆਇੰਟ ਇਸ ਪੂਰੀ ਚਰਚਾ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਨੇ। ਪੁਆਇੰਟ ਨੰਬਰ 1, ਇੱਕ ਤਾਂ ਸਰਕਾਰ ਨੇ ਗੱਲ ਨਹੀਂ ਕੀਤੀ। ਤੁਹਾਡੇ ਵਿਰੋਧੀ ਜਾਂ ਮੋਹਨ ਸਿੰਘ ਜੀ ਬੈਠੇ ਨੇ, ਉਹ ਇੱਕ ਤਰੀਕੇ ਨਾਲ ਕਹਿ ਵੀ ਰਹੇ ਨੇ, ਇਸ਼ਾਰਾ ਵੀ ਕਰ ਰਹੇ ਨੇ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਹੈ, ਉਹਨਾਂ ਦੀਆਂ ਮੰਗਾਂ ਨੇ, ਤਾਂ ਬਿਠਾ ਲਓ, ਆਓ ਕਿ ਬੈਠੋ, ਚਾਹ ਪੀਵਾਂਗੇ, ਨਾਲ ਗੱਲ ਕਰਾਂਗੇ ਕਿ ਤੁਹਾਨੂੰ ਦਿੱਕਤ ਕੀ ਹੈ, ਉਸ ਨੂੰ ਦੂਰ ਕਰਾਂਗੇ। ਤੇ ਦੂਜੀ ਗੱਲ ਕਿ ਜਿਹੜਾ ਪ੍ਰੈਸ਼ਰ ਹੈ ਪਟਵਾਰੀਆਂ ਦੇ ਉੱਤੇ, ਜਿਹੜਾ ਕੰਮ ਦਾ ਪ੍ਰੈਸ਼ਰ ਹੈ ਕਿ ਇੱਕ ਪਟਵਾਰੀ ਜਿਹੜਾ 10 ਪਟਵਾਰੀਆਂ ਦਾ ਕੰਮ ਇੱਕ ਪਟਵਾਰੀ ਕਰ ਰਿਹਾ ਹੈ, ਜੋ ਮੋਹਨ ਜੀ ਨੇ ਜ਼ਿਕਰ ਕੀਤਾ, ਕਿ ਉਸ ਵਾਲੇ ਪਾਸੇ ਧਿਆਨ ਨਹੀਂ ਦੇ ਰਹੇ। ਬਸ ਇਸ ਸਮੇਂ ਇੱਕ ਇਮੇਜ ਕ੍ਰੀਏਟ ਕਰ ਦਿੱਤੀ ਗਈ ਕਿ ਪਟਵਾਰੀ ਹੈ ਤਾਂ ਬਸ ਫਿਰ ਇਹ ਤਾਂ ਰਿਸ਼ਵਤ ਪੱਕੀ ਖਾਂਦਾ ਹੀ ਹੋਏਗਾ। ਅੱਛਾ, ਇਹ ਤਹਿਸੀਲ ਦਫ਼ਤਰ 'ਚ ਕੰਮ ਕਰਦਾ ਬਈ, ਇਹਨੂੰ ਤਾਂ ਉੱਪਰ ਦੀ ਕਮਾਈ ਹੋਏਗੀ। ਇਸ ਤਰੀਕੇ ਦੀ ਇੱਕ ਇਮੇਜ ਬਿਲਡ ਕਰ ਦਿੱਤੀ ਗਈ। ਉਹ ਨਹੀਂ ਸਰ, ਬਿਲਡ ਕੁਝ ਨਹੀਂ ਕੀਤਾ। ਪਹਿਲੀ ਗੱਲ ਭਰਾ ਨੇ ਗੱਲ ਕਰਨ, ਸਟ੍ਰਾਈਕ ਰਿਸ਼ਵਤ ਫੜੇ ਦੀ ਕਿਉਂ ਕਰਦੇ ਹੋ? ਰਿਸ਼ਵਤ ਵਾਲਾ ਫੜੇ ਤੋਂ ਬਿਨਾਂ ਵੀ ਗੱਲ ਕਰ ਲਓ। ਅਸੀਂ ਤਾਂ ਇਹ ਕਹਿੰਦੇ ਹਾਂ ਗੱਲ ਕਰੋ ਤੇ ਪਹਿਲੇ ਦਿਨ ਤੋਂ ਕਹਿ ਰਹੇ ਗੌਰਵ ਜੀ, ਤੁਹਾਡੇ ਜਾਣ ਤੇ ਮੈਂ ਕਿੰਨੀ ਵਾਰੀ ਕਹਿ ਚੁੱਕਿਆ। ਦੂਜੀ ਗੱਲ ਨਹੀਂ, ਦੋ ਨਾ ਸਰ ਸੱਦਾ ਅੱਜ ਦਵੋ, ਜਿਹੜੇ ਪ੍ਰੈਸ ਕਾਨਫਰੰਸ ਆ ਕੇ ਕਰ ਰਹੇ ਨੇ, ਬੈਠੋ ਉਹਨਾਂ ਦੇ ਨਾਲ ਗੱਲ ਕਰੋ, ਆਪਣੇ ਭੇਜ ਦਿਓ 2 ਬੰਦੇ। ਸੀਐਮਓ ਦੇ ਵਿੱਚ ਆ ਜਿਹੜੇ ਆਮ ਆਦਮੀ ਪਾਰਟੀ ਹੈ, ਸਰਕਾਰ ਦੇ 2 ਲੋਕ ਚਲੇ ਜਾਣ, ਕਿ ਬੋਲੋ ਗੱਲ ਕੀ ਹੈ। ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਹੈ ਤੁਹਾਡੇ ਹੱਥ ਜੋੜ ਕੇ ਕਿ ਮਾਨ ਸਾਹਿਬ ਦੇ ਦਰਵਾਜ਼ੇ ਖੁੱਲੇ ਆ, ਸਰਕਾਰ ਦੇ ਨੁਮਾਇੰਦੇ ਤੁਹਾਨੂੰ ਸੰਪਰਕ ਕਰਨਗੇ। ਪਿਛਲੀ ਵਾਰੀ ਵੀ ਕੀਤਾ, ਹੁਣ ਵੀ ਕਰਨਗੇ, ਝੂਠ ਨਹੀਂ ਬੋਲ ਰਿਹਾ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਕਰਨਗੇ। ਦੂਜੀ ਗੱਲ, ਥੱਲੇ ਨਹੀਂ ਜੀ, ਜਦੋਂ 6-6000 ਕਰੋੜ ਦੇ ਮੰਤਰੀ ਆ, ਪਟਵਾਰੀ ਦਾ ਵਿਚਾਰਾ ਆਪਣੇ ਘਰ ਦੇ ਬੱਚੇ ਹੀ ਪਾਲਦਾ। ਮੈਨੂੰ ਪਤਾ ਬਹੁਤ ਪ੍ਰੈਸ਼ਰ ਹੈ, ਮੈਂ ਸਮਝਦਾ ਕਿ ਇੰਨਾ ਕੰਮ ਜ਼ਿਆਦਾ, ਉਹ ਦੇ ਕਾਂਟ ਹੈਂਡਲ ਇਟ। ਬਟ ਜਦੋਂ ਕੋਈ ਸੋਚ ਰਿਹਾ
ਜਦੋਂ ਕੋਈ ਸਿਸਟਮ ਚੇਂਜ ਕਰ ਰਿਹਾ ਹੈ ਉਦੋਂ ਤੁਹਾਨੂੰ ਸਿਸਟਮ ਦੀ ਯਾਦ ਆ ਗਈ, ਉਦੋਂ ਹੁਣ ਸਭ ਨੂੰ ਇਮਾਨਦਾਰੀ ਚੇਤੇ ਆ ਗਈ। ਜਿਹੜੇ ਵੱਡੇ ਅਫਸਰਾਂ ਨੂੰ ਫੋਨ ਕਰਦੇ ਆ, ਐਂਡ ਸਰ ਇੱਕ ਵਾਅਦਾ ਕਰ ਦਿੰਦਾ, ਜੇ ਮੰਤਰੀ ਛੱਡਿਆ IAS IPS ਵੀ ਨਹੀਂ ਬਚਣਗੇ, ਕੋਈ ਵੀ ਬੇਈਮਾਨ ਨਹੀਂ ਬਚੂਗਾ, ਨਾ ਪੋਲੀਟੀਸ਼ੀਅਨ, ਨਾ ਬਿਊਰੋਕਰੈਟ, ਨਾ ਕੋਈ ਹੋਰ, ਨਾ ਮੁਲਾਜ਼ਮ ਛੋਟੇ ਲੈਵਲ ਦਾ। ਅਸੀਂ ਸਭ ਨੂੰ ਬਰਾਬਰ ਇਹ ਕਹਿੰਦੇ ਆ ਕਿ ਆਓ ਪੰਜਾਬ ਦੀ ਬਿਹਤਰੀ ਦੀ ਕੰਮ ਕਰੀਏ। ਹੁਣ ਮਿੱਟੀ ਪਾਉਣੀ ਬੰਦ ਕਰੀਏ, ਜਿਹੜੀ ਆਪਣੇ ਸ਼ਹਿਰਾਂ ਦਾ ਸੱਤਿਆਨਾਸ਼ ਬਣ ਗਿਆ। ਕਿਉਂ ਵੱਜ ਗਿਆ? ਰੈਵਨਿਊ ਮਹਿਕਮਾ ਗਲਤੀ ਤਾਂ ਹੀ ਵੱਜ ਗਿਆ ਨਾ ਜੀ। ਮਿੱਟੀ ਪਾਉਣੀ ਬੰਦ ਕਰੀਏ, ਕੰਮ ਕਰੀਏ, ਹੁਣ ਕੰਮ ਲੱਗੀਏ।